ਕਿ ਅੱਜ ਕੱਲ੍ਹ ਕੁੜੀਆਂ ਆਊਟ ਆਫ ਕੰਟਰੋਲ ਆ। ਉਸ ਤੋਂ ਬਾਅਦ ਮਤਲਬ ਮੈਂ ਆਪਣੇ ਹਸਬੈਂਡ ਨੂੰ ਨਹੀਂ ਮਿਲੀ। ਪਰ ਉਹ ਲਿਵ ਇਨ 'ਚ ਉਹ ਗੱਡੀਆਂ ਦਾ ਹੀ ਫਾਇਦਾ ਚੁੱਕਦੀਆਂ, ਨੋਰਮਲ ਜੀ ਗੱਲ ਆ। ਇੱਕ ਵਾਰੀ ਕਿਹਾ ਜਾਂਦਾ ਹੈ ਕਿ ਬਾਈ ਹੁੱਕ ਔਰ ਬਾਈ ਕਰੁਕ ਸਾਨੂੰ ਇੱਕ ਵਾਰੀ ਬਸ ਕੈਨੇਡਾ ਭੇਜ ਦਿਓ। ਉਹ ਤਾਂ ਦੇਖਣਗੇ ਕਿ ਅਸੀਂ ਇੰਡੀਆ ਵਾਲਾ ਕੀ ਉਹ ਪਿੰਡੂ ਜਾ ਲੱਭਣਾ। ਜਿਹੜੇ ਮੁੰਡੇ ਮੈਂ ਦੇਖੇ ਇੰਡੀਆ ਬੇਸਿਕਲੀ ਮਤਲਬ ਕਿਲੋਮੀਟਰ ਨਹੀਂ ਪੈਦਲ ਚੱਲ ਸਕਦੇ ਸੀਗੇ, ਇੱਧਰ ਮੈਮ 3-3 ਕਿਲੋਮੀਟਰ ਚੱਲੀ ਜਾਂਦੇ ਆ। ਜਾਂ ਤੇ ਕੁੜੀਆਂ ਮੁੰਡੇ ਨੂੰ ਪਸੰਦ ਨਹੀਂ ਸੀ ਕਰਦੀਆਂ ਪਹਿਲਾਂ, ਪਤਾ ਨਹੀਂ ਲੋਕਾਂ ਦੀ ਜ਼ਮੀਰ ਨਹੀਂ ਹੁੰਦੀ। ਜਿਹੜੀ ਚੀਜ਼ ਸਹੀ ਹੈ ਜਿਹੜੀ ਚੀਜ਼ ਗਲਤ ਹੈ ਉੱਥੇ ਐਟਲੀਸਟ ਪੇਰੈਂਟਸ ਨੂੰ ਬੋਲਣਾ ਚਾਹੀਦਾ ਕਿ ਮੁੱਕਰਨ ਦਾ ਕਾਰਨ ਇੰਡੀਆ ਵਿਆਹ ਕਰਕੇ ਉਹਨਾਂ ਨੂੰ ਇਹ ਲੱਗਦਾ ਹੋਣਾ ਵੀ ਅਸੀਂ ਬੰਨੇ ਗਏ ਆ, ਇੱਥੇ ਆ ਕੇ ਖੁੱਲ ਜਾਂਦੀਆਂ। ਕਹਿ ਲਓ ਮਹਾਰਾਜ ਦੇ ਸਾਹਮਣੇ ਬੈਠ ਕੇ ਲਾਵਾਂ ਲਿੱਤੀਆਂ। ਪਤਾ ਨਹੀਂ, ਮੈਨੂੰ ਨਹੀਂ ਪਤਾ ਘਰ ਦੀ ਸੋਚ ਨੂੰ ਕੀ ਹੋ ਚੁੱਕਿਆ ਹੈਗਾ। ਗੱਲ ਹੈਗੀ ਆ ਵੀ ਇੰਡੀਆ ਪੜ੍ਹ ਲਿਖਦੇ ਨਹੀਂਗੇ, ਲਾਈ ਲੱਗ ਹੈਗੇ ਇੱਕ ਦੂਜੇ ਪਿੱਛੇ ਲੱਗ ਕੇ ਵੀ ਟੌਰ ਸ਼ੋਰ ਮਾਰਨੀ ਆ। ਨਮਸਕਾਰ, ਆਦਾਬ, ਸਤਿ ਸ਼੍ਰੀ ਅਕਾਲ। ਹਮਦਰਦ ਟੀਵੀ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਪ੍ਰੋਗਰਾਮ ਲਾਈਫ ਇਨ ਕੈਨੇਡਾ ਵਿੱਚ। ਮੈਂ ਹਾਂ ਤਰਨਜੀਤ ਕੌਰ ਘੁੰਮਣ। ਇਸ ਤੋਂ ਪਹਿਲਾਂ ਕਿ ਆਪਾਂ ਪ੍ਰੋਗਰਾਮ ਦੀ ਸ਼ੁਰੂਆਤ ਕਰੀਏ ਨਾ, ਮੇਰਾ ਅੱਜ ਕੁਝ ਮੈਟਰੀਮੋਨੀਅਲਸ ਪੜ੍ਹਨ ਦਾ ਬੜਾ ਮਨ ਕਰ ਰਿਹਾ ਸੀ, ਤੁਹਾਨੂੰ ਪੜ੍ਹ ਕੇ ਸੁਣਾਉਂਦੀ ਹਾਂ। ਫਿਰ ਬਾਕੀ ਪ੍ਰੋਗਰਾਮ 'ਚ ਅੱਜ ਕੀ ਗੱਲਾਂ ਬਾਤਾਂ ਕਰਨੀਆਂ ਨੇ ਉਹ ਵੀ ਤੁਹਾਨੂੰ ਦੱਸਦੇ ਹਾਂ। ਪਹਿਲਾਂ ਅੱਜ ਥੋੜ੍ਹਾ ਜਿਹਾ ਮੈਟਰੀਮੋਨੀਅਲ ਜ਼ਰੂਰ ਪੜ੍ਹ ਲਈਏ। ਸੋ ਪਹਿਲਾ ਰਿਸ਼ਤਾ ਜਿਹੜਾ ਪੜ੍ਹਨ ਜਾ ਰਹੀ ਹੈ, ਇਹਨਾਂ ਨੂੰ ਜੀ ਵਰ ਦੀ ਲੋੜ ਹੈ। ਇਹਦੇ ਵਿੱਚ ਹੈ ਕਿ ਪੜ੍ਹੀ ਲਿਖੀ, ਸੁੰਦਰ, ਸੁਸ਼ੀਲ, 22 ਸਾਲਾ, 5 ਫੁੱਟ 4 ਇੰਚ ਕੱਦ ਲੜਕੀ, ਆਇਲਟਸ ਦੇ ਵਿੱਚ 7 ਬੈਂਡ ਲਈ ਵਿਦੇਸ਼ ਜਾਣ ਦੇ ਚਾਹਵਾਨ ਲੜਕੇ ਦੀ ਲੋੜ ਆ। ਵਿਆਹ ਸਾਦਾ ਕੀਤਾ ਜਾਏਗਾ ਤੇ ਸੰਪਰਕ ਕਰੋ, ਤੁਸੀਂ ਨੰਬਰ ਵੀ ਨਾਲ ਦਿੱਤਾ ਹੋਇਆ 97 140 -- ਤੇ ਦੂਸਰਾ ਰਿਸ਼ਤਾ ਆ ਜਿਹੜਾ ਉਹਦੇ ਵਿੱਚ ਹੈ ਜੀ ਕੰਨਿਆ ਦੀ ਲੋੜ ਹੈ। 28 ਸਾਲਾ, 5 ਫੁੱਟ 11 ਇੰਚ ਲੰਬਾ, ਸ਼ਹਿਰੀ ਤੇ ਪੇਂਡੂ ਪ੍ਰਾਪਰਟੀ ਦੇ ਮਾਲਕ ਲੜਕੇ ਲਈ ਆਇਲਟਸ ਕਲੀਅਰ, ਘੱਟੋ ਘੱਟ 6.5 ਬੈਂਡ ਵਾਲੀ ਲੜਕੀ ਦੀ ਲੋੜ ਹੈ। ਵਿਦੇਸ਼ ਜਾਣ ਦਾ ਸਾਰਾ ਖਰਚਾ ਜਿਹੜਾ ਆ ਲੜਕੇ ਪਰਿਵਾਰ ਵੱਲੋਂ ਕੀਤਾ ਜਾਏਗਾ ਤੇ ਵਿਆਹ ਸਾਦਾ। ਸੋ ਜਿਹੜੇ ਅੱਜ ਕੱਲ੍ਹ ਦੇ ਮੈਟਰੀਮੋਨੀਅਲਸ ਤੁਸੀਂ ਵੇਖੋਗੇ, ਇਹਦੇ ਵਿੱਚ ਸਿਰਫ ਅਤੇ ਸਿਰਫ ਆਇਲਟਸ ਤੋਂ ਇਲਾਵਾ ਹੋਰ ਕੁਝ ਵੀ ਦੇਖਣ ਨੂੰ ਨਹੀਂ ਮਿਲ ਰਿਹਾ। ਸੋ ਅਸੀਂ ਗੱਲਬਾਤ ਕਰਦੇ ਹਾਂ ਅੱਜ ਆਇਲਟਸ ਦੇ ਬਾਰੇ ਵਿੱਚ। ਆਇਲਟਸ ਵਿੱਚ ਹੋਣ ਵਾਲੇ ਜਿਹੜੇ ਇਸ ਵਕਤ ਧਾਂਦਲੀ ਚੱਲ ਰਹੀ ਆ ਉਹਦੇ ਬਾਰੇ ਵਿੱਚ। ਆਇਲਟਸ ਦੇ ਨਾਮ ਤੇ ਵਿਆਹ ਹੋ ਰਹੇ ਨੇ, ਵਿਆਹਾਂ 'ਚ ਸੌਦੇਬਾਜ਼ੀਆਂ ਹੋ ਰਹੀਆਂ ਨੇ। ਸੌਦੇਬਾਜ਼ੀਆਂ ਵਿੱਚ ਕਦੇ ਕੋਈ ਪਾਰਟੀ ਜਿਹੜੀ ਆ ਜਿੱਤ ਰਹੀ ਆ, ਕਦੇ ਕੋਈ ਪਾਰਟੀ ਹਾਰ ਰਹੀ ਆ। ਕੈਨੇਡਾ ਇਸ ਗੱਲ ਨੂੰ ਲੈ ਕੇ ਇਸ ਵਕਤ ਕਾਫੀ ਹਾਈਲਾਈਟ ਹੋ ਚੁੱਕਿਆ ਕਿ ਆਇਲਟਸ ਦੇ ਨਾਮ ਦੇ ਉੱਤੇ, ਆਇਲਟਸ ਨੂੰ ਆਧਾਰ ਬਣਾ ਕੇ ਜਿਹੜੇ ਵਿਆਹ ਹੋ ਰਹੇ ਨੇ, ਇੱਥੇ ਆ ਕੇ ਮੁੰਡੇ ਕੁੜੀਆਂ ਮੁੱਕਰ ਰਹੇ ਨੇ ਤੇ ਉਸ ਤੋਂ ਬਾਅਦ ਜਿਹੜਾ ਆ ਪਰਿਵਾਰਾਂ ਦੇ ਵੀ ਪਿੱਛੇ ਮਿੱਟੀ ਪਲੀਤ ਹੋ ਰਹੀ ਹੈ। ਇਹਨਾਂ ਵਿਆਹਾਂ ਦੇ ਕਾਰਨ ਕੀ ਨੇ? ਇਸ ਤੋਂ ਬਾਅਦ ਇਹ ਵਿਆਹ ਕੀ ਵਾਕਈ ਨਿਭ ਸਕਦੇ ਨੇ ਜਾਂ ਨਹੀਂ ਨਿਭ ਸਕਦੇ, ਇਹਦੇ ਬਾਰੇ ਅਸੀਂ ਗੱਲਬਾਤ ਕਰਾਂਗੇ। ਤੇ ਖਾਸ ਤੌਰ ਤੇ ਜਿਹੜੇ ਇਸ ਵਕਤ ਕੁੜੀਆਂ ਦਾ ਮੈਟਰ ਬਹੁਤ ਜ਼ਿਆਦਾ ਛਾਇਆ ਹੋਇਆ ਕਿ ਇਸ ਤਰੀਕੇ ਨਾਲ ਵਿਆਹ ਕਰਵਾ ਰਹੇ ਨੇ। ਮੁੰਡੇ ਵਾਲਿਆਂ ਦਾ 25-25 30-30 ਲੱਖ ਰੁਪਇਆ ਜਿਹੜਾ ਆ ਉਹ ਲਗਾਇਆ ਜਾ ਰਿਹਾ, ਕਰਜ਼ਾ ਉਹ ਵੀ ਚੁੱਕ ਰਹੇ ਨੇ। ਇਸ ਦੇ ਬਾਵਜੂਦ ਇੱਥੇ ਕੁੜੀਆਂ ਆਉਂਦੀਆਂ ਨੇ, ਪੜ੍ਹਦੀਆਂ ਨੇ, ਪਰ ਮੁੜ ਕੇ ਮੁੰਡੇ ਨੂੰ ਬੁਲਾਉਣ ਵਾਲੀ ਜਿਹੜਾ ਅੰਗੂਠਾ ਦਿਖਾ ਦਿੰਦੀਆਂ ਨੇ ਤੇ ਉਹ ਮੁੰਡੇ ਨੂੰ ਨਹੀਂ ਬੁਲਾਉਂਦੀਆਂ ਇੱਥੇ। ਹਾਲ ਹੀ ਵਿੱਚ ਇੱਕ ਸੁਸਾਈਡ ਵੀ ਹੋਈ ਆ ਅਜਿਹੇ ਹੀ ਮਾਮਲੇ ਵਿੱਚ। ਸੋ ਅੱਜ ਅਸੀਂ ਬਰੈਂਪਟਨ ਦੇ ਵਿੱਚ ਮੌਜੂਦ ਹਾਂ। ਇੱਥੇ ਜਿਹੜੇ ਖਾਸ ਤੌਰ ਤੇ ਸਟੂਡੈਂਟਸ ਆਏ ਹੋਏ ਨੇ ਤੇ ਜਿਹੜੇ ਇੱਥੇ ਯੂਥ ਆ ਇੱਥੋਂ ਦਾ, ਉਹਨਾਂ ਨਾਲ ਅਸੀਂ ਗੱਲਬਾਤ ਕਰਦੇ ਹਾਂ ਕਿ ਜਿਹੜੇ ਇਹ ਜਿਹੇ ਵਿਆਹ ਹੋ ਰਹੇ ਨੇ ਇਹਦੇ ਵਿੱਚ ਕਸੂਰਵਾਰ ਕੌਣ ਹੈ ਤੇ ਇਸ ਤੋਂ ਬਾਅਦ ਇਹਦਾ ਕੀ ਸੋਲੂਸ਼ਨ ਹੋ ਸਕਦਾ ਆ। ਕਿਹਾ ਜਾਂਦਾ, ਕੋਈ ਕਹਿੰਦਾ ਇੱਥੇ ਆ ਕੇ ਮੁੰਡੇ ਵਿਗੜਦੇ ਨੇ, ਕੋਈ ਕਹਿੰਦਾ ਕੁੜੀਆਂ ਵਿਗੜਦੀਆਂ ਨੇ। ਅਸਲ ਦੇ ਵਿੱਚ ਗਰਾਊਂਡ ਰਿਐਲਿਟੀ ਹੈ ਕੀ, ਕੌਣ ਕਸੂਰਵਾਰ ਹੈ ਇਸ ਸਾਰੇ ਮਾਮਲੇ ਦੇ ਵਿੱਚ। ਸੋ ਇਹਦੇ ਬਾਰੇ ਗੱਲਬਾਤ ਕਰਦੇ ਹਾਂ ਤੇ ਜਾਣਦੇ ਹਾਂ ਇੱਥੇ ਜਿਹੜੇ ਯੂਥ ਪਹੁੰਚਿਆ ਹੋਇਆ ਵਾ ਜੀ ਪੰਜਾਬ ਤੋਂ, ਤੇ ਉਹਨਾਂ ਨੂੰ ਪੁੱਛਦੇ ਹਾਂ ਕੀ ਆ ਪੂਰਾ ਮਾਮਲਾ। ਕੈਨੇਡਾ ਵਿੱਚ ਜਿਹੜੀਆਂ ਇਸ ਵਕਤ ਆਇਲਟਸ ਮੈਰਿਜਸ ਨੂੰ ਲੈ ਕੇ ਕਾਫੀ ਜ਼ਿਆਦਾ ਮਾਮਲਾ ਗਰਮਾਇਆ ਹੋਇਆ, ਜਿਹਦੇ ਉੱਤੇ ਅਸੀਂ ਗੱਲਬਾਤ ਕਰ ਰਹੇ ਹਾਂ। ਤੇ ਸਾਡੇ ਨਾਲ ਚੰਡੀਗੜ੍ਹ ਤੋਂ ਅੰਕਿਤ ਮੌਜੂਦ ਨੇ ਜੋ ਕਿ ਇੱਥੇ ਕੈਨੇਡਾ ਵਿੱਚ ਰਹਿ ਰਹੇ ਨੇ। ਅੰਕਿਤ, ਵੈਲਕਮ ਟੂ ਹਮਦਰਦ ਮੀਡੀਆ। ਕਿੰਨਾ ਚਿਰ ਹੋ ਗਿਆ ਇੱਥੇ ਆਇਆ? ਮੈਮ ਆਲਮੋਸਟ 1.5 ਈਅਰ ਹੋ ਗਈ। ਸਟੇਟਸ ਕੀ ਹੈ ਤੁਹਾਡਾ? ਮੈਂ ਸਟੂਡੈਂਟ ਆ। ਸਟੂਡੈਂਟ। ਤੇ ਕਿਵੇਂ ਦੇ ਚੱਲ ਰਹੀ ਹੈ ਸਟੂਡੈਂਟ ਲਾਈਫ? ਮੈਮ ਠੀਕ ਹੈ, ਸਭ ਕੁਝ ਸੈੱਟ ਹੈ ਹੁਣ ਤੱਕ ਤਾਂ ਸਹੀ ਆ। ਸਹੀ ਹੈ। ਹਾਂਜੀ। ਤੇ ਜਿਵੇਂ ਕਹਿ ਰਹੇ ਸੀ ਸਟਰਗਲ ਹੁੰਦਾ ਆ, ਜਿਵੇਂ ਦਾ ਸੋਚ ਕੇ ਆਏ ਸੀ ਉਵੇਂ ਦਾ ਇੱਥੇ ਹੈਗਾ ਆ, ਉਵੇਂ ਦਾ ਜਾਂ ਸਟਰਗਲ ਬਹੁਤ ਜ਼ਿਆਦਾ? ਮੈਮ ਲਾਈਕ ਸਟਰਗਲ ਸੀਗਾ, ਪਰ ਬੈਨੀਫਿਟਸ ਵੀ ਨੇ, ਸਟਰਗਲ ਵੀ ਹੈਗਾ, ਸਭ ਕੁਝ ਹੈਗਾ। ਮਤਲਬ ਇੰਜੋਏ ਵੀ ਹੈਗਾ ਲਾਈਫ 'ਚ। ਇੱਦਾਂ ਪ੍ਰੋਪਰ ਐ ਨਹੀਂ ਕਹਿ ਸਕਦੇ ਆਪਾਂ ਸਟਰਗਲ ਹੀ ਆ। ਹਰ ਪਾਰਟ ਦੇਖਣ ਨੂੰ ਮਿਲਦਾ ਆਪਾਂ ਨੂੰ, ਬੰਦੇ ਵੀ ਅਲੱਗ-ਅਲੱਗ ਤਰੀਕੇ ਟੱਕਰਦੇ ਆ ਤੇ ਸਭ ਕੁਝ ਹੈਗਾ। ਮਤਲਬ ਇਹਨਾਂ ਕੋਈ ਚੱਕਰ ਵਾਲੀ ਗੱਲ ਨਹੀਂ, ਵਧੀਆ ਲਾਈਫ। ਓਵਰਆਲ ਲਾਈਫ ਜੇ ਸੋਚੇ ਗੁੱਡ ਆ। ਇੱਥੇ ਇੱਕ ਇਹ ਹੈ ਕਿ ਆਜ਼ਾਦੀ ਬਹੁਤ ਜ਼ਿਆਦਾ ਆ। ਕਿੰਨੀ ਕੁ? ਮੈਮ ਆਜ਼ਾਦੀ ਤਾਂ ਗੱਲ ਆ। ਆਜ਼ਾਦੀ ਮੈਮ ਕਈ ਬੰਦੇ ਨੂੰ ਆਜ਼ਾਦੀ ਲੋਟ ਆ ਜਾਂਦੀ, ਕਈਆਂ ਨੂੰ ਨਹੀਂ ਆਉਂਦੀ ਆਜ਼ਾਦੀ ਲੋਟ। ਇਸ ਤਰ੍ਹਾਂ ਮੁੰਡੇ ਆ, ਕਈ ਮੁੰਡੇ ਆਪਣੇ ਹਿਸਾਬ ਨਾਲ ਚੱਲਦੇ ਆ, ਆਜ਼ਾਦੀ ਨੂੰ ਉਸ ਤਰੀਕੇ ਨਾਲ ਲੈਂਦੇ ਆ ਵੀ ਇੱਕ ਹੱਦ ਤੱਕ ਰਹੀਏ, ਲਿਮਿਟਸ ਤੱਕ। ਤੁਹਾਨੂੰ ਤੁਸੀਂ ਦੇਖਦੇ ਇੱਧਰ ਕੁੜੀਆਂ ਦਾ ਹਾਲ ਕੀ ਅੱਜ ਕੱਲ੍ਹ, ਕੁੜੀਆਂ ਆਊਟ ਆਫ ਕੰਟਰੋਲ ਆ। ਸਾਰੀਆਂ ਤਾਂ ਨਹੀਂ ਕਹਿ ਸਕਦੇ ਮੈਮ ਆਲਮੋਸਟ ਨਹੀਂ ਮੇਰੇ ਹਿਸਾਬ ਨਾਲ, ਜੋ ਮੇਰੀ ਥਿੰਕਿੰਗ ਆ, ਮੈਂ ਇਹ ਨਹੀਂ ਕਹਿੰਦਾ ਸਾਰਿਆਂ ਦੀ, 70 to 80% ਕੁੜੀਆਂ ਆਊਟ ਆਫ ਰੇਂਜ ਉਹ ਹੈ ਨਹੀਂ। ਲੱਗਦਾ ਮੁੰਡੇ ਬਿਲਕੁਲ ਸਹੀ ਨੇ। ਮੈਂ ਮੁੰਡੇ ਬਿਲਕੁਲ ਸਹੀ ਨਹੀਂ ਗਏ, ਪਰ ਮੁੰਡੇ ਉੱਦਾਂ ਹੀ ਆ ਜਿਤਨਾ ਇੰਡੀਆ ਹੁੰਦੇ ਸੀਗੇ, ਕੁੜੀਆਂ ਥੋੜਾ ਜ਼ਿਆਦਾ ਇੱਧਰ। ਤੇ ਇਹ ਤਾਂ ਉਹ ਚੀਜ਼ ਹੋ ਗਈ ਨਾ ਜਿਹੜੀਆਂ ਦਬਾ ਕੇ ਰੱਖਦੇ ਆ, ਉਹ ਥੋੜੀ ਜਿਹੀ ਆਜ਼ਾਦੀ। ਦਬਾਣੇ ਵਾਲੀ ਗੱਲ ਨਹੀਂ, ਮੈਂ ਦਬਾਣੇ ਵਾਲੀ ਗੱਲ ਨਹੀਂ।
ਕੁੜੀਆਂ ਤੁਸੀਂ ਦੇਖਦੇ ਹੋਣੇ ਮੈਮ ਲਿਵਿੰਗ 'ਚ ਵੀ ਰਹਿੰਦੀਆਂ ਇੱਧਰ, ਲਿਵਿੰਗ 'ਚ ਰਹਿਣਾ ਗਲਤ ਗੱਲ ਨਹੀਂ, ਪਰ ਉਹ ਲਿਵਿੰਗ 'ਚ ਉਹ ਗੱਡੀਆਂ ਦਾ ਵੀ ਫਾਇਦਾ ਚੁੱਕਦੀਆਂ, ਨੋਰਮਲ ਜੀ ਗੱਲ ਆ। ਪਰ ਕੁੜੀਆਂ ਦੀ ਇੱਧਰ ਆ ਕਿ ਸੋਚ ਕਾਫੀ ਚੇਂਜ ਹੋ ਜਾਂਦੀ ਹੈ ਕਾਫੀ ਹੱਦ ਤੱਕ। ਉਹ ਘਰਦਿਆਂ ਨੂੰ ਵੀ ਉੱਦਾਂ ਟਰੀਟ ਨਹੀਂ ਕਰਦੇ ਜਿਸ ਤਰ੍ਹਾਂ ਮੁੰਡੇ ਆ ਉਹ ਘਰਦਿਆਂ ਨੂੰ ਵੀ ਉੱਦਾਂ ਟਰੀਟ ਕਰਦੇ ਜਿਸ ਤਰ੍ਹਾਂ ਇੰਡੀਆ ਕਰਦੇ ਹੁੰਦੇ ਆ, ਪਰ ਉਹ ਕੁੜੀਆਂ ਇੱਧਰ ਆ ਕੇ ਟਰੀਟ ਹੀ ਨਹੀਂ ਕਰਦੀ ਉਸ ਤਰੀਕੇ ਨਾਲ। ਤੇ ਜਿਵੇਂ ਤੁਸੀਂ ਗੱਲ ਕਰ ਰਹੇ ਹੋ ਹੁਣ ਮੁੰਡੇ ਵੀ ਪਲਾਜ਼ਿਆਂ 'ਚ ਜਿਵੇਂ ਗੇੜੀਆਂ ਮਾਰਦੇ ਆ, ਕੈਨੇਡਾ ਦਾ ਮਾਹੌਲ ਪੂਰਾ ਇਸ ਵਕਤ ਇੰਡੀਆ ਵਾਲਾ ਬਣਾਇਆ ਹੋਇਆ ਵਾ, ਟੀਜ਼ਿੰਗ ਹੋਣ ਲੱਗ ਗਈ ਆ, ਸਾਰਾ ਕੁਝ ਹੋਣ ਲੱਗ ਗਿਆ। ਉਹ ਵੀ ਗਲਤ ਆ ਮੈਮ, ਟੀਜ਼ਿੰਗ ਵੀ ਗਲਤ ਆ, ਪਰ ਲਗਭਗ ਦੇਖਿਆ ਜਾਵੇ ਤਾਂ ਮੈਂ ਇਸ 'ਚ 50-50 ਆ, ਮੁੰਡਿਆਂ ਦੀ ਵੀ ਗਲਤੀ ਆ ਪਰ ਕੁੜੀਆਂ ਦੀ ਵੀ ਉਹ ਤੋਂ ਬਰਾਬਰ ਗਲਤੀ ਆ। ਜੇ ਆਪਾਂ ਕਰੀਏ ਵੀ ਈਵ ਟੀਜ਼ਿੰਗ ਹੁੰਦੀ ਆ, ਕੁੜੀਆਂ ਦਾ ਕੋਈ ਦੋਸ਼ ਨਹੀਂ, ਕੁੜੀਆਂ ਦਾ ਵੀ ਦੋਸ਼ ਹੈਗਾ, ਕੁੜੀਆਂ ਵੀ ਐ ਨਹੀਂ ਕਹਿ ਸਕਦੇ ਆਪਾਂ ਕੁੜੀਆਂ ਦਾ ਕੀ ਦੋਸ਼ ਹੈ ਟੀਜ਼ਿੰਗ ਕਰਾਉਣ ਦਾ? ਨਹੀਂ ਮੈਮ, ਈਵ ਟੀਜ਼ਿੰਗ ਕਰਾਉਣ ਦਾ ਨਹੀਂ, ਕੁੜੀਆਂ ਹੈਗਾ ਮੈਮ, ਹੁਣ ਓਪਨ ਤਾਂ ਕੀ ਕਹਿ ਸਕਦੇ ਆ ਸਮਝੇ ਤੁਸੀਂ। ਠੀਕ ਹੈ ਜੀ। ਤੇ ਆਪਾਂ ਗੱਲਬਾਤ ਅੱਜ ਕੱਲ੍ਹ ਬੜਾ ਲੇਟੈਸਟ ਮੁੱਦਾ ਖਾਸ ਤੌਰ ਤੇ ਕੈਨੇਡਾ ਵਿੱਚ ਛਾਇਆ ਹੋਇਆ ਕਿ ਇੱਥੇ ਕੁੜੀਆਂ ਜਾਂ ਮੁੰਡੇ ਆ ਰਹੇ ਨੇ, ਪਿੱਛੇ ਵਿਆਹ ਕਰਵਾਉਂਦੇ ਨੇ, ਪਰ ਇੱਥੇ ਆ ਕੇ ਜਾਂ ਤਾਂ ਆਪਣੀ ਮੈਰਿਜ ਸ਼ੋਅ ਨਹੀਂ ਕਰਦੇ ਹੈਗੇ, ਛੁਪਾਉਂਦੇ ਆ, ਇੱਥੇ ਫਰੈਂਡ ਸਰਕਲ ਹੋਰ ਬਣ ਜਾਂਦਾ ਆ, ਜਾਂ ਤਾਂ ਕਹਿੰਦੇ ਆ ਵੀ ਕੰਟਰੈਕਟ ਮੈਰਿਜ ਸੀ ਜਾਂ ਆਪਦੀ ਮੈਰਿਜ ਹਾਈਡ ਕਰਦੇ ਆ। ਇਹਦਾ ਕੀ ਰੀਜ਼ਨ? ਮੈਮ ਇਹਦਾ ਰੀਜ਼ਨ ਨਈ ਲਾਈਫ ਆ, ਕਈਆਂ ਨੂੰ ਮਤਲਬ ਇੱਕ ਹੁੰਦਾ ਨਾ ਬਈ ਅਟਰੈਕਟਿਵ ਲੱਗਦੀ ਹੈ ਸਟਾਰਟਿੰਗ 'ਚ ਲਾਈਫ, ਉਹ ਪ੍ਰੋਪਰ ਕਲੀਅਰ ਨਹੀਂ ਹੁੰਦੀ। ਉਹ ਸ਼ੁਰੂ 'ਚ ਅਟਰੈਕਟਿਵਨੈਸ ਦੇ ਚੱਕਰ 'ਚ ਬਸ ਕੁੜੀਆਂ ਵੀ ਹੋ ਗਿਆ ਜਾਂ ਮੁੰਡੇ ਵੀ ਕਰਦੇ ਆ, ਤਾਂ ਕੁੜੀਆਂ ਇਕੱਲੀਆਂ ਨਹੀਂ ਕਰਦੀਆਂ, ਕੁੜੀਆਂ ਦੇ ਮੁੰਡੇ ਬਸ ਉਹੀ ਇਸ ਕਰਕੇ ਹੀ ਹੁੰਦਾ, ਕੋਈ ਬਹੁਤਾ ਪਿੱਛੇ ਰੀਜ਼ਨ ਨਹੀਂਗਾ। ਤੇ ਜੇ ਪਿੱਛੇ ਮੈਮ ਫੈਮਿਲੀ ਦੀ ਸਪੋਰਟ ਹੋਵੇ ਫਿਰ ਤਾਂ ਮੈਂ ਕਹਿ ਸਕਦਾ ਬਈ ਇਹ ਨਹੀਂ ਹੁੰਦੇ, ਪਰ ਲਗਭਗ ਥੋੜਾ ਫੈਮਿਲੀ ਵੀ ਢਿੱਲੀਆਂ ਪੈ ਜਾਂਦੀ ਹੈ ਇਸ ਕਰਕੇ। ਕੱਲ ਜਿਹੜਾ ਅਸੀਂ ਦੇਖ ਰਹੇ ਹਾਂ 2-3 ਮੈਟਰ ਇਹ ਜੇ ਬਹੁਤ ਜ਼ਿਆਦਾ ਹਾਈਲਾਈਟ ਹੋਏ ਨੇ। ਇੱਕ ਵਿੱਚ ਤਾਂ ਲੜਕੇ ਨੇ ਸੁਸਾਈਡ ਵੀ ਕੀਤਾ ਕਿ ਆਇਲਸ ਮੈਰਿਜ ਹੋਈ, ਡਿਪਰੈਸ਼ਨ ਮੈਂ ਜਸਟ ਡਿਪਰੈਸ਼ਨ ਇਸ ਕਰਕੇ ਕਿ ਉਹਦੇ ਮਤਲਬ ਕੋਈ ਵੀ ਮੁੰਡਾ ਹੋਇਆ, ਤੁਹਾਨੂੰ ਪਤਾ ਹੀ ਹੈ ਮੈਮ 20-25 ਲੱਖ ਰੁਪਏ ਲੱਗਦਾ ਕੈਨੇਡਾ ਨਾਲ, ਕਿਹੜਾ ਆਉਣਾ ਸੌਖਾ ਪਿਆ। ਉਹਨੇ ਕੈਨੇਡਾ ਵਿਆਹ ਵੀ ਕਰਾਇਆ, ਵਿਆਹ ਦੇ ਹੀ ਪੈਸੇ ਲਾਏ ਹੋਣੇ ਮੁੰਡੇ ਨੇ, ਉਹਨੇ ਇੱਧਰ ਆਇਆ ਵੀ। ਜੇ ਮੈਮ ਕੁੜੀ ਨੂੰ ਐ ਸੀਗਾ ਨਾ ਉਹਦੇ ਨਾਲ ਬਈ ਵਿਆਹ ਨਹੀਂ ਰੱਖਣਾ, ਬੇਸਿਕਲੀ ਮੁੰਡੇ ਨੇ ਵੀ ਕੈਨੇਡਾ ਦੇ ਚੱਕਰ 'ਚ ਵਿਆਹ ਕਰਾਇਆ ਸੀਗਾ, ਉਹਨੂੰ ਘੱਟੋ ਘੱਟ ਕੈਨੇਡਾ ਲਿਆ ਕੇ ਫਿਰ ਇੱਧਰ ਆਪਣਾ ਡਾਈਵੋਰਸ ਦੇ ਜਾਂ ਜੋ ਵੀ ਕਰਨਾ ਉੱਧਰ ਆ ਕੇ ਕਰ ਸਕਦੀ ਆ। ਇਹ ਤਾਂ ਨਹੀਂ ਕਿ ਜ਼ਰੂਰੀ ਆ ਬਈ ਉਹਨੂੰ ਬੁਲਾਓ, ਤਾਂ ਘੱਟੋ ਘੱਟ ਬੁਲਾ ਤਾਂ ਲਵੇ। ਇਹਦੇ ਵਿੱਚ ਤੁਸੀਂ ਕਿਹਨੂੰ ਰਿਸਪੌਂਸਿਬਲ ਮੰਨਦੇ ਹੋ? ਕਿਉਂਕਿ ਕੁੜੀ ਦੀ ਉਮਰ 18 ਸਾਲ ਆ ਜਦੋਂ ਵਿਆਹ ਹੋਇਆ, ਮੁੰਡਾ 21-22 ਸਾਲਾਂ ਦਾ ਆ, ਨਿਆਣੀ ਉਮਰ 'ਚ ਵਿਆਹ ਹੋ ਰਿਹਾ, ਕੋਈ ਅੰਡਰਸਟੈਂਡਿੰਗ ਨਹੀਂ। ਇੱਥੇ ਆ ਕੇ ਜਦੋਂ ਦੇਖਦੇ ਆ ਵੀ ਲਾਈਫ ਕਿਵੇਂ ਦੀ ਆ, ਲਾਈਫ ਕਿੰਨੀ ਟਫ ਆ, ਉਧਰੋਂ ਦੀ ਪਿੱਛੋਂ ਕਈ ਵਾਰੀ ਹਸਬੈਂਡ ਫੋਰਸ ਕਰਦਾ ਹੈ ਕਿ ਮੇਰੇ ਨਾਲ ਫੋਨ ਤੇ ਨਹੀਂ ਗੱਲ ਕਰਦੀ, ਕਿੱਥੇ ਸੀ, ਕਿਹਦੇ ਨਾਲ ਗਈ ਸੀ, ਕੰਮ ਤੇ ਆਉਂਦਾ ਮੈਨੂੰ ਦਿਖਾ। ਇਹ ਚੀਜ਼ਾਂ ਤੁਹਾਨੂੰ ਨਹੀਂ ਲੱਗਦਾ ਕਿ ਰਿਸ਼ਤੇ ਦੇ ਵਿੱਚ ਇਹ ਵੀ ਫਿੱਕ ਪਾਉਂਦਾ? ਮੈਮ ਫਿੱਕ ਤਾਂ ਪਾਉਂਦੀ ਆ, ਇਹ ਤਾਂ ਗੱਲ ਹੈਗੀ ਹੈ, ਪਰ ਮੈਮ ਜਿਸ ਟਾਈਮ ਉਹ ਕੈਨੇਡਾ ਕੁੜੀ ਆਈ, ਉਹਨੇ ਵਿਆਹ ਕਰਾਇਆ, ਉਹ 18 ਸਾਲ ਦੀ ਤਾਂ ਸੀਗੀ। 18 ਸਾਲ ਆਪਾਂ ਇੱਕ ਮੈਚੋਰਡ ਅਡਲਟ ਤਾਂ ਕਹਿ ਸਕਦੇ, ਮੈਂ ਵੀ 19 ਸਾਲ ਦਾ ਹੀ, ਮੈਂ ਕੋਈ ਜ਼ਿਆਦਾ ਵੱਡਾ ਨਹੀਂ, ਮੈਂ 18 ਸਾਲ ਦਾ ਹੋਇਆ ਹੀ ਸੀਗਾ, ਜਸਟ ਕੈਨੇਡਾ ਆ ਗਿਆ ਉਸ ਟਾਈਮ ਮੈਂ। ਪਰ ਜਦ ਉਹਨੂੰ 18 ਸਾਲ ਦੀ ਹੋ ਗਈ, ਉਹਨੇ ਆਪਣੀ ਮਰਜ਼ੀ ਨਾਲ ਵਿਆਹ ਕਰਵਾਇਆ ਜਾਂ ਉਹਦੀ ਫੈਮਿਲੀ ਦੀ ਮਰਜ਼ੀ ਨਾਲ ਵਿਆਹ ਕਰਵਾਇਆ, ਇੱਕ ਤਾਂ ਕੋਈ ਤਾਂ ਉਹਨੂੰ ਕੁੜੀ ਨੂੰ ਐਂ ਤਾਂ ਹੋਣਾ ਚਾਹੀਦਾ, ਜਾਂ ਤਾਂ ਉਹਦੀ ਫੈਮਿਲੀ ਕੀ ਰਿਸਪੈਕਟ ਕਰਕੇ ਜਾਂ ਬਈ ਮੁੰਡੇ ਦੇ ਤਰਸੇ ਖਾ ਕੇ। ਉਹ ਪਰ ਮੁੰਡੇ ਦੀ ਤਾਂ ਕੋਈ ਗਲਤੀ ਨਹੀਂ ਨਾ ਇਹ 'ਚ। ਇਹਦੇ ਵਿੱਚ ਜਿਹੜੇ ਇਹ ਜੇ ਵਿਆਹ ਹੁੰਦੇ ਆ ਉਹਦੇ ਲਈ ਤੁਸੀਂ ਕਿਹਨੂੰ ਰਿਸਪੌਂਸਿਬਲ ਮੰਨਦੇ ਹੋ? ਫੈਮਿਲੀਜ਼ ਆ, ਪ੍ਰੋਪਰ ਰਿਸਪੌਂਸਿਬਲ ਫੈਮਿਲੀਜ਼ ਆ। ਹਾਂਜੀ ਮੈਮ, ਕਿਉਂ ਮੈਂ ਫੈਮਿਲੀ 'ਚ ਧੱਕਾ ਕਰਦੀ ਹਾਂ, ਹੋਰ ਕੀ ਕਰ ਸਕਦੇ ਹਾਂ ਵੀ। ਉੱਧਰ ਇੰਡੀਆ ਵੀ ਨਸ਼ਿਆਂ 'ਚ, ਇੰਡੀਆ ਨਸ਼ਾ ਵੀ ਅੱਜ ਕੱਲ੍ਹ ਜ਼ਿਆਦਾ ਹੋ ਗਿਆ, ਤੇ ਇੰਡੀਆ ਕੰਮ ਵੀ ਹੈ ਨਹੀਂ ਕਿਉਂਕਿ ਪੋਪੂਲੇਸ਼ਨ ਇੰਨੀ ਆ, ਕੰਮ ਕਿੱਥੋਂ ਹੋਊਗਾ, ਨੋਰਮਲ ਜੀ ਗੱਲ ਆ ਮੈਮ। ਤੇ ਜਿਵੇਂ ਤੁਸੀਂ ਗੱਲ ਕੀਤੀ ਆ ਵੀ ਡਿਪਰੈਸ਼ਨ ਕਰਕੇ ਉਹਨੇ ਸੁਸਾਈਡ ਕਰ ਲਿਆ, ਸੁਸਾਈਡ ਇਜ਼ ਨਾਟ ਐਨ ਆਪਸ਼ਨ, ਰਾਈਟ? ਮੈਮ ਸੁਸਾਈਡ ਇਜ਼ ਨਾਟ ਐਨ ਆਪਸ਼ਨ, ਬਟ ਉਹ ਮੈਮ ਕਰਦਾ ਕਿ ਉਹ ਕਰ ਵੀ ਤਾਂ ਨਹੀਂ ਸਕਦਾ ਨਾ, ਕਿਉਂਕਿ ਮੈਮ ਲਾਈਕ 20-25 ਲੱਖ ਰੁਪਏ ਕਰਜ਼ਾ ਵੀ ਹੋ ਗਿਆ, ਉਹਦਾ ਇੰਟਰਸਟ ਵੀ ਭਰਨਾ ਪੈਣਾ ਉਹਨਾਂ ਨੂੰ। ਉਹ ਕਿਸ ਤਰ੍ਹਾਂ ਮਤਲਬ ਉਹਦਾ ਸਿਸਟਮ ਹੀ ਹਿੱਲ ਗਿਆ ਪੂਰਾ, ਜ਼ਮੀਨ ਜਮਾਨ ਨਹੀਂ ਹੋਣੀ ਅਗਲੇ ਦੇ, ਇਸ ਕਰਕੇ ਅਗਲਾ ਸੁਸਾਈਡ ਕਰਕੇ। ਤੇ ਜਿਹੜੇ ਦਰਸ਼ਕ ਇਸ ਵਕਤ ਤੁਹਾਨੂੰ ਦੇਖ ਰਹੇ ਨੇ ਕੈਨੇਡਾ ਦੇ ਵਿੱਚ, ਕਿਉਂਕਿ ਕੈਨੇਡਾ 'ਚ ਇਹ ਜ਼ਿਆਦਾ ਹਾਈਲਾਈਟ ਹੋ ਰਿਹਾ, ਮੈਂ ਤਾਂ ਇਹੀ ਕਹਿਣਾ ਚਾਹੂੰਗਾ ਜੀ, ਦੇਖੋ ਜੇ ਮੈਂ ਕੈਨੇਡਾ ਜਸਟ ਇਹ ਨਹੀਂ ਹੁੰਦਾ ਵੀ ਕੈਨੇਡਾ ਆ ਕੇ ਹੀ ਲਾਈਫ ਮਤਲਬ ਸੁਧਾਰੀ ਜਾ ਸਕਦੀ ਆ। ਜਿਹੜਾ ਪੈਸਾ ਆਪਾਂ ਉੱਧਰ ਲਾਉਣ 'ਚ ਲਾਉਂਦੇ ਆ, ਜੇ ਆਪਾਂ ਕਿਸੇ ਦੇ ਲਾਉਂਦੇ ਬਈ ਇਹ ਮੈਨੂੰ ਬੁਲਾਊਗਾ ਉੱਧਰ, ਉਹ ਪੈਸਾ ਆਪਣੇ ਆਪਾਂ ਬਿਜ਼ਨਸ ਵੀ ਖੋਲ ਸਕਦੇ ਆ, ਕੋਈ ਹੋਰ ਕੰਮ ਵੀ ਕਰ ਸਕਦੇ ਆ, ਜਾਂ ਆਪਾਂ ਟਰਾਈ ਵੀ ਕਰ ਸਕਦੇ ਆ ਬੈਂਡ ਦੀ। ਮਤਲਬ ਇਹ ਨਹੀਂ ਹੈ ਕਿ 7 ਮਿੰਟ ਲਿਆਉਣੇ ਵੀ ਕੋਈ ਬਹੁਤ ਔਖੀ ਗੱਲ ਆ। ਮੈਨੂੰ ਨਹੀਂ ਲੱਗਦਾ ਹੁਣ ਮੈਂ ਕਿ ਇੱਥੇ ਥੋੜਾ ਜਿਹਾ ਮੈਨੂੰ ਲੱਗਦਾ ਕੁਝ ਮੁੰਡੇ ਵੀ ਇਹ ਗੱਲ ਤੋਂ ਲੈ ਕੇ ਮੈਨੂੰ ਲੱਗਣਗੇ ਕਿ ਮੈਂ ਰੂਡ ਹੋ ਰਹੀ ਹਾਂ। ਜਿਹੜੇ ਵਿਆਹਾਂ ਦੇ ਉੱਤੇ 25-25 ਲੱਖ ਰੁਪਇਆ ਲਗਾ ਕੇ ਕੁੜੀਆਂ ਨੂੰ ਭੇਜਿਆ ਜਾ ਰਿਹਾ, ਕੁੜੀਆਂ ਦੇ ਉੱਤੇ ਹਮੇਸ਼ਾ ਇੰਡੀਆ ਦੇ ਵਿੱਚ ਅਸੀਂ ਕਹਿੰਦੇ ਆ ਸਟ੍ਰਿਕਟਨੈਸ ਰੱਖੀ ਗਈ ਆ, ਜਾਂ ਪੇਰੈਂਟਸ ਕੁੜੀਆਂ ਨੂੰ ਸਮਝਾ ਕੇ ਰੱਖਦੇ ਆ ਹਨਾ ਵੀ ਪੜ੍ਹ ਲਿਖ ਲਵੇ ਐਂਡ ਆਲ ਦੈਟ। ਇਹ ਚੀਜ਼ਾਂ ਮੁੰਡਿਆਂ ਤੇ ਕਿਉਂ ਨਹੀਂ ਇੰਪਲੀਮੈਂਟ ਹੁੰਦੀਆਂ? 25 ਲੱਖ ਰੁਪਇਆ ਕਿਸੇ ਕੁੜੀ ਦੇ ਉੱਤੇ ਵਿਆਹ ਲਾ ਕੇ ਤੁਸੀਂ ਤੋਰ ਰਹੇ ਹੋ, ਜੇ ਇਹੀ ਮੁੰਡਿਆਂ ਨੂੰ ਕਿਹਾ ਜਾਵੇ ਕਿ ਤੁਸੀਂ ਪੜ੍ਹੋ ਕਾਕਾ ਜੀ, ਆਪਦੇ ਬੇਸ ਤੇ ਜਾਣਾ ਤੇ ਜਾਓ, 5 ਬੈਂਡ ਜਿਹੜਾ ਉੱਥੇ ਨਹੀਂ ਲੈ ਸਕਦਾ, ਇੱਥੇ ਆ ਕੇ ਕੀ ਕਰੂਗਾ? ਇਹ ਗੱਲ ਤਾਂ ਮੈਂ ਤੁਹਾਨੂੰ ਪਹਿਲਾਂ ਹੀ ਕਹਿਤੀ, ਮੈਂ ਫੈਮਿਲੀਜ਼ ਰਿਸਪੌਂਸਿਬਲ ਹੈ ਇਸ ਚੀਜ਼ ਲਈ। ਇਹ ਗੱਲ ਤਾਂ ਮੈਂ ਤੁਹਾਨੂੰ ਪਹਿਲਾਂ ਹੀ ਕਹਿਤੀ ਵੀ ਪ੍ਰੋਪਰ ਗਲਤੀ ਹੀ ਫੈਮਲੀਆਂ ਦੀ ਆ। ਉਹਨੇ ਪ੍ਰੋਪਰ ਮੈਮ ਐਜੂਕੇਟਡ ਨਹੀਂ ਕੀਤਾ, ਆਪਣੀ ਰਖਾਲੀ ਨਹੀਂ ਕੀਤੀ ਮੁੰਡੇ ਦੀ। ਮੁੰਡੇ ਵੀ ਇੱਥੇ ਉਹੀ ਗੱਲ ਆ ਕਿ ਜਿਨ੍ਹਾਂ ਤੋਂ 5 ਬੈਂਡਸ ਇੰਡੀਆ ਤੋਂ ਆਇਲਸ ਨਹੀਂ ਲਈ ਜਾ ਰਹੇ ਹੈਗੇ, ਇੱਥੇ ਆ ਕੇ ਕੀ ਕਰਨਗੇ? ਕੁਛ ਵੀ ਨਹੀਂ ਮੈਮ, ਇੱਧਰ ਲਾਈਫ ਹੀ ਹੈ ਨਹੀਂ। ਉਹਨਾਂ ਦੀ ਲਾਈਫ ਤੁਹਾਨੂੰ ਪਤਾ ਹੀ ਹੈ ਕੀ ਲਾਈਫ ਆ। ਅੱਗੇ ਉਹ ਟਰੱਕ ਚਲਾਉਣ ਲੱਗ ਜੂਗੇ, ਟਰੱਕ 'ਚ ਵੀ ਜੇ ਨੋਰਮਲ ਜਿਹਾ ਇੰਗਲਿਸ਼ ਤਾਂ ਸਿੱਖਣੀ ਓ ਪੈਣੀ ਹੈ ਮੈਮ,
ਹਨਾ, ਉਹ ਆਪਾਂ ਇੰਗਲਿਸ਼ ਇੰਡੀਆ ਵੀ ਸਿੱਖ ਸਕਦੇ ਆ, ਇੱਧਰ ਆ ਕੇ ਵੀ ਬੰਦਾ ਸਿੱਖਦਾ ਹੀ ਹੈ ਇੰਗਲਿਸ਼। ਜੇ ਪੀਆਰ ਹੁੰਦਾ ਫਿਰ ਵੀ ਆਈਲੈਟਸ ਕਰਨੀ ਪੈਂਦੀ ਆ, ਸਭ ਕੁਝ ਕਰਨਾ ਹੀ ਪੈਂਦਾ, ਉਹ ਨੋਰਮਲ ਤੁਹਾਨੂੰ ਹੀ ਪਤਾ ਹੀ ਆ। ਤੋ ਇੰਡੀਆ ਇੱਧਰ ਆ ਕੇ ਵੀ ਕਰਦਾ ਹੀ ਆ, ਕਿਉਂ ਇੱਧਰ ਆ ਕੇ ਉਹ ਤਾਂ ਕਰਦਾ, ਉਹਨੂੰ ਕੋਈ ਆਪਸ਼ਨ ਨਹੀਂ ਦਿਖਦਾ। ਜਿਹੜੇ ਮੁੰਡੇ ਮੈਂ ਦੇਖੇ ਇੰਡੀਆ ਬੇਸਿਕਲੀ ਮਤਲਬ ਕਿਲੋਮੀਟਰ ਨਹੀਂ ਪੈਦਲ ਚੱਲ ਸਕਦੇ ਸੀਗੇ, ਇੱਧਰ ਮੈਮ 3-3 ਕਿਲੋਮੀਟਰ ਚੱਲੀ ਜਾਂਦੇ ਆ, ਉਬਰ ਈਟਸ ਕਰੀ ਜਾਂਦੇ ਆ। ਮੈਂ ਡਾਊਨਟਾਊਨ ਦੇਖਿਆ, ਮੈਂ ਪੈਦਲ ਉਬਰ ਈਟਸ ਕਰਦੇ ਆ ਮੁੰਡੇ, ਹਨਾ। ਤਾਂ ਫਿਰ ਇਹਦੀ ਨੋਰਮਲ ਜੀ ਗੱਲ ਇਹ ਆ, ਕਰਦੇ ਇੰਡੀਆ ਕੰਮ ਨਹੀਂ ਕਰਦੇ, ਇੱਧਰ ਆ ਕੇ ਕੋਈ ਸਹਾਰਾ ਨਹੀਂ ਰਹਿੰਦਾ ਪਿੱਛੇ, ਕਿਉਂਕਿ 20-25 ਲੱਖ ਰੁਪਏ ਪਹਿਲਾਂ ਲੱਗ ਲਿਆ। ਫਿਰ ਹੋਰ ਜੇ ਇੰਨਾ ਤਗੜਾ ਕੰਮ ਹੁੰਦਾ ਇੰਡੀਆ, ਫਿਰ ਕੀ ਆਉਣਾ ਕੀ। ਹਾਂਜੀ, ਇਸ ਕਰਕੇ ਮੈਮ ਇਹੀ ਗੱਲ ਆ ਮੇਨ। ਵੈਸੇ ਲਾਸਟ ਵਿੱਚ ਤੁਹਾਨੂੰ ਮੈਂ ਪੁੱਛਾਂ ਕਿ ਸਾਰੀਆਂ ਗੱਲਾਂ ਇੱਕ ਪਾਸੇ ਰੱਖ ਕੇ ਲਾਈਫ ਇਨ ਕੈਨੇਡਾ ਕਿੱਦਾਂ ਆ? ਲਾਈਫ ਇਨ ਕੈਨੇਡਾ ਮੈਮ ਸਟਾਰਟਿੰਗ ਥੋੜਾ ਸਟਰਗਲ ਆ, ਥੋੜਾ ਜੀ ਫਿਰ ਡਿਪਰੈਸ਼ਨ ਵੀ ਆ ਜਾਂਦਾ, ਥੋੜੇ ਬਾਅਦ ਬਸ ਆਟੋਮੈਟਿਕਲੀ ਲਾਈਫ ਸੈੱਟ ਵੀ ਹੁੰਦੀ ਆ। ਪਰ ਐ ਨਹੀਂ ਬਈ ਆਉਂਦੇ ਜੇ ਆਪਾਂ ਕਹੀਏ ਨਾ ਵੀ ਆਏ ਤੇ ਸਾਲ ਆਉਂਦੇ ਹੀ ਬਈ ਖੁਸ਼ੀ, ਉਹ ਨਹੀਂ ਹੁੰਦਾ। 3-4 ਸਾਲ ਲੱਗਣੇ ਆ, ਪਰ ਹੋ ਜਾਣਾ ਸਭ ਕੁਝ। ਮਤਲਬ ਕਿ ਥੋੜਾ ਬਹੁਤ ਮਿਹਨਤ ਕਰਕੇ ਸਟਰਗਲ ਕਰਕੇ ਲਾਸਟ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਲਾਈਫ ਸੈੱਟ ਹੈ। ਹਾਂਜੀ ਮੈਮ, ਹਾਂਜੀ ਸੈੱਟ ਆ। ਇੰਡੀਆ ਨਾਲੋਂ ਓਵਰਆਲ ਦੇਖਿਆ ਜਾਵੇ ਤਾਂ ਸਹੀ ਹੈ ਲਾਈਫ, ਇੰਡੀਆ ਨਾਲੋਂ ਵਧੀਆ ਲਾਈਫ। ਹਾਂਜੀ, ਓਕੇ, ਥੈਂਕ ਯੂ। ਸੋ ਇਸ ਵਕਤ ਸਾਡੇ ਨਾਲ ਕਿਰਨ ਜੀ ਮੌਜੂਦ ਨੇ, ਜੋ ਕਿ ਮੋਗਾ ਦੇ ਰਹਿਣ ਵਾਲੇ ਨੇ। ਸੋ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਕਿਰਨ, ਵੈਲਕਮ ਟੂ ਹਮਦਰਦ ਮੀਡੀਆ। ਕਿੰਨਾ ਚਿਰ ਹੋ ਗਿਆ ਇੱਥੇ ਆਇਆ ਨੂੰ? ਮੈਨੂੰ 2 ਸਾਲ ਹੋਣ ਵਾਲੇ ਆ ਜੀ। 2 ਸਾਲ। ਤੇ ਕਿਸ ਬੇਸ ਤੇ ਇੱਥੇ ਆਈ ਸੀ? ਮੈਂ ਸਟੱਡੀ ਬੇਸ ਤੇ ਆਈ ਸੀ। ਸੋ ਆਰ ਯੂ ਮੈਰਿਡ ਔਰ ਸਿੰਗਲ? ਆਈ ਐਮ ਮੈਰਿਡ। ਮੈਰਿਡ। ਸੋ ਹਸਬੈਂਡ ਤੁਹਾਡੇ ਇਸ ਵਕਤ ਕਿੱਥੇ ਨੇ? ਉਹ ਇੰਡੀਆ ਨੇ ਜੀ। ਇੰਡੀਆ ਨੇ। ਹਾਂਜੀ। ਵਿਆਹ ਦੇ ਬੜੇ ਰੌਲੇ ਪੈ ਰਹੇ ਨੇ ਇਸ ਵਕਤ। ਸੋ ਵਿਆਹਾਂ ਦੇ ਬਾਰੇ ਕੀ ਕਹਿਣਾ ਚਾਹੋਗੇ? ਕੀ ਸਿਸਟਮ ਚੱਲ ਰਿਹਾ ਅੱਜ ਕੱਲ੍ਹ? ਬੜਾ ਰੌਲਾ ਪੈ ਰਿਹਾ ਪੰਜਾਬ 'ਚ ਵਿਆਹਾਂ ਦਾ। ਮਤਲਬ ਇਦਾਂ ਬਹੁਤ ਜ਼ਿਆਦਾ ਦੇਖ ਕੇ ਰੋਣ ਆਉਂਦਾ ਵੀ ਹਨਾ, ਮਾਵਾਂ ਰੋਂਦੀਆਂ ਨੇ ਮੁੰਡਿਆਂ ਦੀਆਂ, ਦੇਖੀਆਂ ਨੇ ਵੀਡੀਓਜ਼ ਬਹੁਤ ਸਾਰੀਆਂ। ਬਟ ਇਹ ਗਲਤ ਆ, ਕੁੜੀਆਂ ਨੂੰ ਇੱਥੇ ਆ ਕੇ ਬਦਲਣਾ ਨਹੀਂ ਚਾਹੀਦਾ ਹੈਗਾ, ਕਿਉਂਕਿ ਆਪਾਂ ਸਟੱਡੀ ਕਰਦੇ ਹਾਂ, ਆਪਣਾ ਮਾਪਿਆਂ ਆਪਾਂ ਨੂੰ ਇਸ ਕਾਬਿਲ ਬਣਾਉਂਦਾ ਵੀ ਅੱਗੇ ਜਾ ਕੇ ਆਪਾਂ ਉਹਨਾਂ ਦਾ ਨਾਮ ਰੋਸ਼ਨ ਕਰ ਸਕੀਏ। ਤਾਂ ਉਸ ਤੋਂ ਬਾਅਦ ਜੇ ਆਪਣੀ ਉਹ ਮੈਰਿਜ ਕਰਦੇ ਆ ਤਾਂ ਦੈਟ ਮੀਨਸ ਦੇ ਪੇਰੈਂਟਸ ਦੀ ਰਿਸਪੌਂਸਿਬਿਲਿਟੀ ਹਸਬੈਂਡ 'ਤੇ ਚਲੀ ਜਾਂਦੀ ਆ। ਹਸਬੈਂਡਸ ਨੂੰ ਆਪਾਂ ਕਿਉਂ ਨਹੀਂ ਆਪਾਂ ਪੇਰੈਂਟਸ ਵਾਲਾ ਹੱਕ ਦਿੰਦੇ ਕਿ ਜਦੋਂ ਉਹਨਾਂ ਨੇ ਆਪਾਂ ਨੂੰ ਸਾਰੇ ਹੱਕ ਦਿੱਤੇ, ਇੱਥੇ ਆ ਕੇ ਆਪਾਂ ਨੂੰ ਉਹ ਦੇਖ ਨਹੀਂ ਰਹੇ ਹੈਗੇ ਵੀ ਕੀ ਕਰ ਰਹੇ ਕੀ ਨਹੀਂ ਕਰ ਰਹੇ। ਦੈਟਸ ਲਾਈਕ ਆਪਾਂ ਨੂੰ ਪੇਰੈਂਟਸ ਨੇ ਸਿਖਾਇਆ ਕੀ ਕਰਨਾ ਚਾਹੀਦਾ ਆਪਾਂ ਨੂੰ। ਅਤੇ ਮੈਨੂੰ ਆਲਮੋਸਟ ਲਾਈਕ 1.5 year ਹੋ ਗਿਆ ਮੈਨੂੰ ਆਪਣੇ ਹਸਬੈਂਡ ਤੋਂ ਦੂਰ ਹੋਈ ਨੂੰ। ਮੈਂ ਮੈਰਿਜ ਤੋਂ 20 ਦਿਨ ਬਾਅਦ ਆ ਗਈ ਸੀਗੀ। ਮੇਰਾ ਵੀਜ਼ਾ ਮੈਰਿਜ ਤੋਂ ਨੈਕਸਟ ਹੀ ਆ ਗਿਆ ਸੀਗਾ। ਅਤੇ ਉਸ ਤੋਂ ਬਾਅਦ ਮੈਂ 1 month ਇੰਡੀਆ ਗਈ ਸੀ, ਵਾਪਸ ਲਾ ਕੇ ਆਈ ਹਾਂ। ਤਾਂ ਉਸ ਤੋਂ ਬਾਅਦ ਮਤਲਬ ਮੈਂ ਆਪਣੇ ਹਸਬੈਂਡ ਨੂੰ ਨਹੀਂ ਮਿਲੀ। ਸਾਡੀ ਕਾਲ ਹੁੰਦੀ ਆ, ਗੱਲ ਹੁੰਦੀ ਆ, ਫਾਈਲ ਸਾਡੀ ਲੱਗੀ ਹੋਈ ਆ, ਬਸ ਜਸਟ ਵੇਟ ਕਰ ਰਹੇ ਹਾਂ ਅਸੀਂ ਵੀਜ਼ੇ ਦਾ। ਅੰਡਰਸਟੈਂਡਿੰਗ ਹੈਗੇ ਨੇ ਹਸਬੈਂਡ ਵੀ? ਇਹ ਤਾਂ ਨਹੀਂ ਕਹਿੰਦੇ ਵੀ ਇੰਨੇ ਘੰਟੇ ਫੋਨ ਤੇ ਗੱਲ ਕਰ ਰਹੀ ਆ, ਮੇਰਾ ਫੋਨ ਕਿਉਂ ਨਹੀਂ ਚੱਕਿਆ, ਕਿੱਥੇ ਗਈ ਸੀ? ਮੈਂ ਕਹਿੰਦੀ ਆ ਮੇਰੇ ਨਾਲ ਗੱਲ ਕਰੋ, ਉਹਨਾਂ ਕੋਲ ਹੀ ਟਾਈਮ ਨਹੀਂ ਹੁੰਦਾ ਗਾ। ਉਹ ਖੇਤ 'ਚ ਕੰਮ ਕਰਦੇ ਆ, ਬਿਜ਼ੀ ਰਹਿੰਦੇ ਆ, ਡੈਡੀ ਦੀ ਬੈਕ ਪੇਨ ਹੁੰਦੀ ਕਰਕੇ। ਫਿਰ ਸੋ ਕਿਰਨ, ਬੀਇੰਗ ਅ ਮੈਰਿਡ ਗਰਲ, ਕੀ ਕਾਰਨ ਹੁੰਦਾ ਕੁੜੀਆਂ ਆ ਕੇ ਉਰੇ ਬਦਲ ਜਾਂਦੀਆਂ ਨੇ? ਜਾਂ ਤੇ ਕੁੜੀਆਂ ਮੁੰਡੇ ਨੂੰ ਪਸੰਦ ਨਹੀਂ ਸੀ ਕਰਦੀਆਂ ਪਹਿਲਾਂ, ਤੇ ਜਾਂ ਫਿਰ ਇਦਾਂ ਹੁੰਦਾ ਵਾ ਕਿ ਅੰਡਰਸਟੈਂਡਿੰਗ ਨਹੀਂ ਰਹਿੰਦੀ ਬੰਦੇ 'ਚ। ਬਟ ਇਹ ਗੱਲ ਗਲਤ ਆ ਕਿ ਬੰਦੇ ਦਾ ਪੈਸਾ ਲਵਾ ਕੇ ਆਉਂਦੇ ਆ, ਇੱਥੇ ਆ ਕੇ ਮੁੱਕਰ ਜਾਂਦੀਆਂ ਨੇ। ਈਵਨ ਕਿ ਕੁੜੀਆਂ ਮੁੰਡਿਆਂ ਨੂੰ ਜਾਂ ਕਿਤੇ ਕੰਮ ਕਰਦੀਆਂ ਨੇ ਦੱਸਦੀਆਂ ਵੀ ਨਹੀਂ ਅਸੀਂ ਮੈਰਿਡ ਆ। ਉਹਨਾਂ ਦੀ ਟਿਕਟੌਕ ਤੋਂ ਪਤਾ ਲੱਗਦਾ ਜਾਂ ਉਹਨਾਂ ਦੀ ਪਿਕਸ ਵਗੈਰਾ ਤੋਂ ਪਤਾ ਲੱਗਦਾ, ਇੰਸਟਾਗ੍ਰਾਮ ਤੇ ਸੋਸ਼ਲ ਮੀਡੀਆ ਤੋਂ, ਕਿ ਉਹ ਮੈਰਿਡ ਨੇ। ਮੇਰਾ ਇੱਕ ਫਰੈਂਡ ਸੀਗਾ ਇੱਥੇ, ਉਹ ਅਸੀਂ ਆਇਲਸ ਇਕੱਠਿਆਂ ਨੇ ਕੀਤੀ ਸੀਗੀ ਮੋਗੇ। ਉਹ ਮੈਨੂੰ ਇੱਥੇ ਮੇਰੇ ਕੰਮ ਤੇ ਮਿਲ ਗਿਆ ਫੈਕਟਰੀ 'ਚ। ਉਹਨੇ ਮੈਨੂੰ ਦੱਸਿਆ ਕਿ ਉਹਦੀ ਇੱਕ ਫਰੈਂਡ ਨਾਲ ਗੱਲ ਹੋਈ ਤੇ ਉਹ ਕੁੜੀ ਨੇ ਅਨਮੈਰਿਡ ਦੱਸਿਆ ਸੀ ਉਹਨੂੰ। ਜਦੋਂ ਉਹਨੇ ਉਹਦੀ ਟਿਕਟੌਕ ਚੈੱਕ ਕੀਤੀ ਤੇ ਉਹਦੇ ਹਸਬੈਂਡਸ ਨਾਲ ਪਿਕਸ ਵਗੈਰਾ ਦੇਖੀਆਂ, ਤੇ ਗਲਤ ਗੱਲ ਹੈ, ਮਤਲਬ ਉਹ ਮੈਰਿਡ ਸੀਗੀ ਕੁੜੀ। ਤੇ ਫਿਰ ਮਤਲਬ ਜਿਵੇਂ ਇੱਦਾਂ ਧੋਖਾ ਦਿੱਤਾ ਜਾ ਰਿਹਾ ਅੱਜ ਕੱਲ੍ਹ, ਪੇਰੈਂਟਸ ਵੀ ਫਿਰ ਕੁੜੀਆਂ ਦਾ ਸਾਥ ਹੀ ਦੇ ਰਹੇ ਨੇ, ਇਹਦਾ ਕੀ ਕਾਰਨ ਹੈ? ਪੇਰੈਂਟਸ ਨੂੰ ਇੱਦਾਂ ਹੁੰਦਾ ਕਿ ਜੇ ਸਾਡੀ ਬੱਚਾ ਨਹੀਂ ਖੁਸ਼ ਹੈਗਾ, ਠੀਕ ਆ, ਅਸੀਂ ਉਹ ਤਾਂ ਓਬਵੀਅਸਲੀ ਆਪਣੇ ਬੱਚੇ ਦਾ ਹੀ ਸਾਥ ਦੇਣਗੇ। ਬਟ ਉਹਨਾਂ ਨੂੰ ਇਹ ਚੀਜ਼ ਵੀ ਦੇਖਣੀ ਚਾਹੀਦੀ ਆ ਕਿ ਉਹ ਜਿਹੜੇ ਉਹਨਾਂ ਨੂੰ ਇੱਦਾਂ ਲੱਗਦਾ ਕਿ ਮੁੰਡੇ ਕੋਲੇ ਜਿਹੜੀ ਪੈਲੀ ਆ ਉਹ ਬਸ ਮਤਲਬ ਐਸ਼ ਕਰ ਰਿਹਾ ਜਾਂ ਇੱਦਾਂ। ਇਹ ਨਹੀਂ ਸੋਚਦੇ ਕਿ ਉਹ ਜੇ ਉਹਨਾਂ ਦੇ ਪਿੱਛੋਂ ਉਹਨਾਂ ਨੂੰ ਮਿਲੀ ਆ, ਉਹਨਾਂ ਦੇ ਗਾਂਹ ਵਡੇਰਿਆਂ ਨੇ ਵੀ ਤਾਂ ਬਹੁਤ ਜ਼ਿਆਦਾ ਮਿਹਨਤ ਕੀਤੀ ਹੋਊਗੀ ਨਾ। ਬਟ ਇਹ ਮੈਂ ਤਾਂ ਸਿਰਫ ਇਹੀ ਕਹਿਣਾ ਚਾਹੁੰਦੀ ਹਾਂ ਕਿ ਗਲਤ ਆ, ਇਹ ਨਹੀਂ ਕਰਨਾ ਚਾਹੀਦਾ। ਪੇਰੈਂਟਸ ਨੂੰ ਵੀ ਸਮਝਾਉਣਾ ਚਾਹੀਦਾ ਉਹਦੇ ਬੱਚੇ ਨੂੰ, ਜੇ ਅੰਡਰਸਟੈਂਡਿੰਗ ਨਹੀਂ ਹੈਗੀ ਬਸ ਠੀਕ ਆ, ਜਸਟ ਛੱਡੋ ਨਾ ਉਹਨੂੰ, ਕਮ ਸੇ ਕਮ ਉਹਨੂੰ ਅੱਧ ਵਿਚਾਲੇ ਨਾ ਛੱਡੋ ਵਿਚਾਰੇ ਨੂੰ। ਉਹ ਇੱਕ ਤੇ ਮਾਰੀ ਗਿਆ ਵਿਚਾਰਾ, ਉਹਨੂੰ ਦੇਖਦਾ। ਬਿਲਕੁਲ, ਜਿਵੇਂ ਤੁਸੀਂ ਗੱਲ ਕੀਤੀ ਆ, ਪਰ ਇੱਥੇ ਤੁਹਾਨੂੰ ਥੋੜਾ ਜਿਹਾ ਮੁੰਡੇ ਵਾਲਿਆਂ ਦਾ ਕਸੂਰ ਕਿੰਨਾ ਕੁ ਲੱਗਦਾ? ਕਿਉਂਕਿ ਪਤਾ ਆ ਕਿ ਸਾਡਾ ਮੁੰਡਾ ਐਜੂਕੇਟਿਡ ਨਹੀਂ, ਪੜ੍ਹਿਆ ਲਿਖਿਆ ਨਹੀਂ ਹੈਗਾ, ਅਸੀਂ ਇੱਕ ਪੜ੍ਹੀ ਲਿਖੀ ਕੁੜੀ ਲੈ ਕੇ ਆ ਰਹੇ ਹਾਂ। ਕੁੜੀਆਂ ਦੀ ਮਜਬੂਰੀ ਆ ਕਿ ਗਰੀਬੀ ਆ ਉਹਨਾਂ ਦੇ ਘਰੇ, ਠੀਕ ਆ, ਤੇ ਉਹ ਗਰੀਬੀ ਕਰਕੇ ਉਹਨਾਂ ਨੇ ਆਇਲਸ ਕਰਾਤੀ, ਕੁੜੀ ਦੇ ਦਿੱਤੀ। ਦੂਜੇ ਪਾਸੇ ਤੁਹਾਨੂੰ ਨਹੀਂ ਲੱਗਦਾ ਉੱਥੇ ਪੰਜਾਬ ਦੇ ਵਿੱਚ ਕੁੜੀਆਂ ਨੂੰ ਤਾਂ ਬੜੀਆਂ ਰਿਸਟ੍ਰਿਕਸ਼ਨਸ ਲਗਾਈਆਂ ਜਾਂਦੀਆਂ ਨੇ, ਪੜ੍ਹ ਲਓ ਲਿਖ ਲਓ, ਕੁੜੀਆਂ ਦਾ ਪੜ੍ਹ ਲਿਖ ਕੇ ਫਿਊਚਰ ਬਣਾ ਰਹੀਆਂ ਨੇ, ਹੁਣ ਬਾਹਰ ਆ ਰਹੀਆਂ ਨੇ, ਪਰ ਮੁੰਡਿਆਂ ਨੂੰ ਕਦੇ ਵੀ ਨਹੀਂ ਰੋਕਿਆ ਟੋਕਿਆ ਜਾਂਦਾ। ਮੁੰਡਿਆਂ ਨੂੰ ਕਦੇ ਨਹੀਂ ਕਿਹਾ ਜਾਂਦਾ ਤੁਸੀਂ ਪੜ੍ਹ ਲਓ ਲਿਖ ਲਓ, ਪਿਆਲੀ ਦਾ ਹੀ ਹਮੇਸ਼ਾ ਜ਼ਿਆਦਾ ਉਹਨਾਂ ਨੂੰ ਜ਼ੋਰ ਰਹਿੰਦਾ ਹੈ।
ਇਹਦੇ ਵਿੱਚ ਆਪਾਂ ਕੁਝ ਨਹੀਂ ਕਹਿ ਸਕਦੇ ਕਿ ਇਹਨਾਂ ਦੇ ਪੇਰੈਂਟਸ ਤੇ ਡਿਪੈਂਡ ਕਰਦਾ ਬੱਚੇ ਨੂੰ ਕਿੱਦਾਂ ਪਾਲਣਾ ਮਤਲਬ ਉਹਨਾਂ ਨੂੰ ਬੱਚਿਆਂ ਨੂੰ ਸਿੱਖਿਆ ਦੇਣੀ ਆ ਕੀ ਕਰਨਾ ਕੀ ਨਹੀਂ ਕਰਨਾ। ਉਹ ਕਾਲਜਸ 'ਚ ਪਾ ਦਿੰਦੇ ਆ, ਫੀਸਾਂ ਭਰੀ ਜਾਂਦੇ ਆ, ਕਾਲਜ 'ਚ ਜਾ ਕੇ ਜੇ ਇੱਕ ਬੰਦਾ ਚੰਗਾ ਵੀ ਆ ਤਾਂ ਬੈਡ ਕੰਪਨੀ ਦੇ ਵਿੱਚ ਪਾ ਕੇ ਉਹਦਾ ਵੀ ਮਤਲਬ ਉੱਦਾਂ ਦਾ ਹੀ ਬਣ ਜਾਂਦਾ ਸੁਭਾਅ, ਕਿਉਂਕਿ ਉਹ ਹੋਸਟਲ 'ਚ ਰਹਿੰਦੇ ਆ, 3 ਸਾਲ ਰਹਿੰਦੇ ਆ, 4 ਸਾਲ ਰਹਿੰਦੇ ਸਟੱਡੀ ਕਰਦੇ ਆ, ਤਾਂ ਉੱਦਾਂ ਹੀ ਮਤਲਬ ਉਹਨਾਂ ਦਾ ਬਣ ਜਾਂਦਾ ਆ ਭਾਈਚਾਰਾ ਜਿੱਦਾਂ ਉਹ ਰਹਿੰਦੇ ਆ। ਕੋਈ ਮੁੰਡਾ ਡਰੱਗ ਲੈ ਰਿਹਾ ਤਾਂ ਉਹ ਮਤਲਬ 1-2 ਵਾਰੀ ਉਹਨੂੰ ਕਹਿੰਦੇ ਆ ਪੀਣ ਨੂੰ, ਕੋਈ ਸ਼ਰਾਬ ਪੀਣ ਲੱਗ ਜਾਂਦਾ, ਕੁਛ ਕਰਨ ਲੱਗ ਜਾਂਦਾ। ਸੋ ਮੈਂ ਹੋਸਟਲ 'ਚ ਰਹੀ ਹਾਂ, 3 ਸਾਲ ਨਰਸਿੰਗ ਕੀਤੀ ਆ ਮੈਂ ਇੰਡੀਆ ਜਦੋਂ ਬਠਿੰਡੇ ਸੀਗੀ। ਦੇਖਿਆ ਆ ਉੱਥੇ ਮਤਲਬ ਕਲਾਸਮੇਟਸ ਹੁੰਦੇ ਸੀਗੇ, ਕੋਈ ਚੰਗਾ ਆ ਤਾਂ ਉਹ 2-4 ਦਿਨ ਕਲਾਸ 'ਚ ਚੰਗਾ ਰਹਿੰਦਾ ਆ, ਮਤਲਬ ਉਹ ਜਦੋਂ ਉਹਨਾਂ ਦੀ ਕੰਪਨੀ 'ਚ ਪੈ ਗਿਆ ਤੇ ਉਹ ਕਾਲਜ ਆਉਣੋਂ ਹੀ ਹਟ ਜਾਂਦਾ ਸੀਗਾ। ਤੇ ਹੁਣ ਜਿਵੇਂ ਅਸੀਂ ਦੇਖਿਆ ਕਿ ਵਿਆਹਾਂ ਨੂੰ ਲੈ ਕੇ ਕੋਈ ਸਮਾਂ ਸੀ ਪਹਿਲਾਂ ਮੁੰਡੇ ਧੋਖਾ ਦਿੰਦੇ ਹੁੰਦੇ ਸੀ, ਕੁੜੀਆਂ ਨੂੰ ਪੰਜਾਬ ਛੱਡ ਜਾਂਦੇ ਸੀ। ਅੱਜ ਕੱਲ੍ਹ ਕੁੜੀਆਂ ਮੁੰਡਿਆਂ ਨੂੰ ਧੋਖਾ ਦੇ ਰਹੀਆਂ ਨੇ, ਪਿੱਛੇ ਪੰਜਾਬ 'ਚ ਛੱਡ ਰਹੀਆਂ ਨੇ। ਤੇ ਟੌਪਿਕ ਬੜਾ ਇਹ ਸੀਰੀਅਸ ਆ, ਤੇ ਅਖੀਰ ਦੇ ਵਿੱਚ ਤੁਸੀਂ ਕੀ ਕਹਿਣਾ ਚਾਹੋਗੇ? ਵਿਆਹ ਦੇ ਨਾਮ ਤੋਂ ਅੱਜ ਕੱਲ੍ਹ ਯੂਥ ਬੜਾ ਡਰਨ ਲੱਗ ਗਿਆ। ਮੈਂ ਤਾਂ ਇਹ ਕਹਿਣਾ ਚਾਹੁੰਦੀ ਹਾਂ ਕਿ ਪੇਰੈਂਟਸ ਨੂੰ ਪਹਿਲਾਂ ਇਹ ਸਮਝ ਲੈਣਾ ਚਾਹੀਦਾ ਸਾਡਾ ਬੱਚਾ ਵਿਆਹ ਦੇ ਕਾਬਿਲ ਹੈਗਾ ਹੈ ਕਿ ਨਹੀਂ ਹੈਗਾ। ਸੈਕੰਡਲੀ ਆਪਾਂ ਕਹਿ ਸਕਦੇ ਹਾਂ ਕਿ ਬੱਚੇ ਦੀ ਮਰਜ਼ੀ ਪੁੱਛੀ ਜਾਵੇ, ਇੱਦਾਂ ਨਹੀਂ ਕਿ ਜੇ ਕੁੜੀ ਕੋਲੇ ਕੋਈ ਹੀਲਾ ਨਹੀਂ ਹੈਗਾ ਬਾਹਰ ਆਉਣ ਦਾ, ਦੈਟਸ ਓਕੇ। ਸੋ ਇਸ ਵਕਤ ਸਾਡੇ ਨਾਲ ਪਰਮੀਤ ਜੁੜੇ ਹੋਏ ਨੇ, ਉਹਨਾਂ ਨਾਲ ਅਸੀਂ ਗੱਲਬਾਤ ਕਰਦੇ ਹਾਂ। ਵੈਲਕਮ ਟੂ ਹਮਦਰਦ ਮੀਡੀਆ। ਕੀ ਹਾਲ ਚਾਲ ਨੇ ਤੁਹਾਡੇ? ਸਤਿ ਸ਼੍ਰੀ ਅਕਾਲ, ਮੈਂ ਠੀਕ ਹਾਂ। ਕੀ ਸਟੇਟਸ ਹੈ ਇਸ ਵਕਤ ਤੁਹਾਡਾ ਇੱਥੇ ਕੈਨੇਡਾ 'ਚ? ਜੀ ਮੇਰੀ ਹੁਣੇ ਸਟੱਡੀ ਮੁੱਕੀ ਆ, ਮੈਂ ਵਰਕ ਪਰਮਿਟ 'ਤੇ ਆਇਆ, ਹੁਣੇ ਮੈਂ ਆਇਆ ਅਤੇ ਹੁਣ ਮੈਂ ਜੋਬ ਮਿਲੀ ਆ ਮੈਨੂੰ ਮੇਰੇ ਫੀਲਡ ਰਿਲੇਟਡ ਹੀ, ਅਤੇ ਬਸ ਹੁਣ ਕੰਮ ਚੱਲੀ ਜਾਂਦਾ ਜੀ। ਕਿੰਨਾ ਟਾਈਮ ਹੋ ਗਿਆ ਉਰੇ ਆਇਆ? ਮੈਨੂੰ 2 ਇਅਰਸ ਹੋ ਗਏ। 2 ਸਾਲ ਦਾ ਐਕਸਪੀਰੀਅੰਸ ਕਿਵੇਂ ਦਾ ਰਿਹਾ? ਠੀਕ ਸੀ, ਸਟਾਰਟਿੰਗ ਔਖੀ ਸੀ ਅਤੇ ਹੌਲੀ ਹੌਲੀ ਫਰੈਂਡਸ ਬਣੇ, ਈਜ਼ੀ ਹੋਈ ਗਈ ਲਾਈਫ, ਪਰ ਵਿੱਚ ਥੋੜ੍ਹਾ ਟਾਈਮ ਇਹੋ ਜਿਹਾ ਵੀ ਆਇਆ ਜਿੱਥੇ ਮਤਲਬ ਤੰਗ ਆ ਗਿਆ ਸੀ, ਪਰ ਹੌਲੀ ਹੌਲੀ ਫਿਰ ਮਤਲਬ ਵਰਕ 'ਤੇ ਆ ਗਏ, ਹੁਣ ਹੌਲੀ ਹੌਲੀ ਸਾਰਾ ਹੋ ਰਿਹਾ। ਫਿਰ ਅੱਗੇ ਵੀ ਦੇਖਣਾ, ਪੇਰੈਂਟਸ ਬਾਰੇ ਵੀ ਸਾਰਾ ਕੁਝ ਦੇਖਣਾ ਹੁੰਦਾ। ਇੱਕ ਵਾਰੀ ਕਿਹਾ ਜਾਂਦਾ ਹੈ ਕਿ ਬਾਈ ਹੁੱਕ ਔਰ ਬਾਈ ਕਰੁਕ ਸਾਨੂੰ ਇੱਕ ਵਾਰੀ ਬਸ ਕੈਨੇਡਾ ਭੇਜ ਦੇਵੋ ਤੇ ਉਸ ਤੋਂ ਬਾਅਦ ਅਸੀਂ ਆਪਣੇ ਆਪ ਸੈਟਿੰਗ ਕਰ ਲਵਾਂਗੇ। ਸੋ ਜਿਹੜੀ ਐਦਾਂ ਦੀ ਸੋਚ ਹੈਗੀ, ਤੁਹਾਨੂੰ ਲੱਗਦਾ ਹੈ ਕਿ ਜਦੋਂ ਉਰੇ ਪਹੁੰਚਦੇ ਆ ਇੱਕ ਵਾਰੀ ਤਾਂ ਹੀ ਆ ਕੇ ਔਖੇ ਹੁੰਦੇ ਆ, ਵੀ ਜੋ ਸੋਚਿਆ ਹੁੰਦਾ ਸੀ ਉਨਾ ਜ਼ਿਆਦਾ ਉਸ ਤੋਂ ਕਿਤੇ ਜ਼ਿਆਦਾ ਸਟਰਗਲ ਹੈ? ਮੈਮ ਬਹੁਤ ਹੈ, ਜਿਵੇਂ ਕਿ ਹੁਣ ਮੈਂ ਇੰਡੀਆ ਸੀ, ਮੇਰਾ ਆਉਣ ਦਾ ਮਨ ਸੀ ਅਤੇ ਮੇਰੇ ਘਰ ਵਾਲੇ ਬੋਲਦੇ ਸੀ ਜੋ ਇੱਥੇ ਰਹਿੰਦੇ ਨੇ ਕਿ ਇੱਥੇ ਡਿਫੀਕਲਟ ਆ ਕੁਛ ਨਹੀਂ, ਪਰ ਮੈਂ ਸੋਚਦਾ ਸੀ ਆਪ ਤਾਂ ਉੱਥੇ ਐਸ਼ ਕਰੀ ਜਾਂਦੇ ਨੇ, ਸਾਨੂੰ ਰੋਕਦੇ ਨੇ ਇੱਥੇ ਕਿ ਤੁਸੀਂ ਨਾ ਆਓ। ਉਹੀ ਫਿਰ ਮੈਂ ਇੱਥੇ ਆਇਆ, ਪਤਾ ਚੱਲਿਆ ਕਿ ਸੱਚ ਬੋਲਦੇ ਸੀ, ਇੱਥੇ ਕੰਮ ਕਰਨਾ ਪੈਂਦਾ, ਨਾਲ ਸਟੱਡੀ ਕਰਨੀ ਪੈਂਦੀ ਆ, ਈਜ਼ੀ ਲਾਈਫ ਨਹੀਂ ਆ। ਇੰਡੀਆ ਤਾਂ ਅਸੀਂ ਪੇਰੈਂਟਸ ਦੇ ਸਿਰ 'ਤੇ ਐਸ਼ ਕਰਦੇ ਹਾਂ, ਇੱਥੇ ਆਪਣੇ ਪੈਰਾਂ 'ਤੇ ਖੜ੍ਹਦੇ ਹਾਂ, ਆਪ ਪੈਸੇ ਕਮਾਉਂਦੇ ਹਾਂ, ਅਤੇ ਬਹੁਤ ਡਿਫੀਕਲਟ, ਮਤਲਬ ਸਟਾਰਟਿੰਗ ਡਿਫੀਕਲਟ ਹੈ ਪਰ ਹੌਲੀ ਹੌਲੀ ਈਜ਼ੀ ਹੋ ਜਾਂਦੀ ਆ। ਪਰ ਤੁਹਾਨੂੰ ਲੱਗਦਾ ਕਿ ਜਿਹੜਾ ਸਟਰਗਲ ਕਰਦੇ ਹੋ ਫਾਈਨਲੀ ਉਹਦਾ ਮੁੱਲ ਪੈ ਜਾਂਦਾ, ਚਾਹੇ ਥੋੜ੍ਹਾ ਜਿਹਾ ਸਾਲ 2 ਸਾਲ 3 ਸਾਲ ਤੱਕ ਪੈਂਦਾ ਹੈ? ਹਾਂਜੀ ਮੈਮ, ਚਲੋ 2 ਸਾਲ ਨਹੀਂ ਪਊਗਾ, 3 ਸਾਲ ਨਹੀਂ ਪਊਗਾ, ਪਰ ਇਨ ਦਾ ਫਿਊਚਰ ਤੁਹਾਡੀ ਸਟਰਗਲ ਕਾਊਂਟ ਹੋਊਗੀ ਅਤੇ ਤੁਸੀਂ ਬੋਲੋਗੇ ਚਲੋ ਸਟਰਗਲ ਮੇਰੀ ਮੁੱਲ ਪਈ ਆ। ਇਹ ਆਉਂਦਾ ਟਾਈਮ। ਇਸ ਵਕਤ ਜਿਹੜੀਆਂ ਤੁਸੀਂ ਵੀ ਸੋਸ਼ਲ ਮੀਡੀਆ ਤੇ ਹੋਣੇ ਹੀ ਆ, ਜੋ ਇਸ ਵਕਤ ਘਟਨਾਵਾਂ ਚੱਲ ਰਹੀਆਂ ਨੇ, ਜੋ ਵਿਆਹ ਦੇ ਨਾਮ ਦੇ ਉੱਤੇ ਧੋਖੇਬਾਜ਼ੀਆਂ ਹੋ ਰਹੀਆਂ ਨੇ, ਸੋ ਤੁਸੀਂ ਵੀ ਦੇਖਿਆ ਹੋਣਾ ਵਾ, ਇਹਦੇ ਬਾਰੇ ਕੀ ਕਹਿਣਾ ਚਾਹੋਗੇ? ਜਿਹੜੇ ਅੱਜ ਕੱਲ੍ਹ ਵਿਆਹ ਕਰਕੇ ਮੁੰਡੇ ਹੋਣ ਜਾਂ ਕੁੜੀਆਂ ਹੋਣ ਮੁੱਕਰ ਰਹੀਆਂ ਨੇ, ਵਿਆਹ ਕਰਵਾਉਣ ਦਾ ਮੇਨ ਕਾਰਨ ਕੀ ਆ? ਕਿਉਂ ਮਤਲਬ ਇਹ ਜੇ ਵਿਆਹ ਕਰਵਾਏ ਜਾ ਰਹੇ ਨੇ ਜਿਹਦੇ ਵਿੱਚ ਸੌਦੇਬਾਜ਼ੀਆਂ ਹੋ ਰਹੀਆਂ? ਕਿ ਸਿੱਧੀ ਗੱਲ ਹੈ ਜੀ, ਹੁਣ ਮੁੰਡਿਆਂ ਤੋਂ ਪੜਿਆ ਨਹੀਂ ਜਾਂਦਾ, ਉਹ ਇੱਥੇ ਆਉਣ ਵਾਸਤੇ ਫਿਰ ਕੁੜੀਆਂ ਨਾਲ ਵਿਆਹ ਕਰਾਉਂਦੇ ਨੇ, ਅਤੇ ਕੁੜੀਆਂ ਦੀ ਫੈਮਿਲੀ ਕੋਲ ਪੈਸਾ ਨਹੀਂ ਹੁੰਦਾ, ਫੈਮਿਲੀ ਦੇਖਦੀ ਉਹਨਾਂ ਦੀ ਮੁੰਡਿਆਂ ਕੋਲ ਪੈਸਾ, ਅਤੇ ਚਲੋ ਕੁੜੀ ਨੂੰ ਭੇਜ ਦਿੰਦੇ ਆ, ਇਹਨਾਂ ਨਾਲ ਪੈਸਾ ਲੈ ਲੈਂਦੇ ਆ, ਉਹੀ ਚੱਕਰ ਆ ਹੁਣ। ਔਰ ਫਿਰ ਇਹਦਾ ਮਤਲਬ ਇਹ ਹੈ ਕਿ ਇਹ ਤਾਂ ਵਿਆਹ ਘੱਟ ਸੌਦੇਬਾਜ਼ੀ ਜ਼ਿਆਦਾ? ਉਹ ਤਾਂ ਹੈ ਜੀ, ਇੱਕ ਤਰ੍ਹਾਂ ਦਾ ਬਿਜ਼ਨਸ ਹੀ ਆ। ਮੁੰਡੇ ਵਾਲੇ ਮੁੰਡਾ ਦਿੰਦੇ ਨੇ ਕੁੜੀ ਨੂੰ, ਕੁੜੀ ਪੈਸੇ ਲੈਂਦੀ ਆ, ਸਿੱਧੀ ਗੱਲ ਆ, ਹੋਰ ਤਾਂ ਕੀ ਆ ਉਹਦੇ 'ਚ। ਤੇ ਫਿਰ ਇਹਦੇ ਵਿੱਚ ਇੱਥੇ ਆ ਕੇ ਮੁੱਕਰਨ ਦਾ ਕੀ ਮਤਲਬ ਬਣਦਾ ਆ? ਜੇ ਤੁਸੀਂ ਚਲੋ ਸੌਦੇਬਾਜ਼ੀ ਦੀ ਉਹ ਗੱਲ ਕਰ ਰਹੇ ਹੋ, ਜੇ ਪਾਰਟੀ ਇੱਕ ਜਿਹੜੀ ਆ ਉਹਨੇ ਤੁਹਾਡੇ ਤੇ ਪੈਸੇ ਲਗਾ ਦਿੱਤੇ, ਫਿਰ ਦੂਜੀ ਪਾਰਟੀ ਮੁੱਕਰਦੀ ਕਿਉਂ ਆ? ਉੱਤੋਂ ਦੀ ਕੁੜੀ ਦੇ ਪੇਰੈਂਟਸ ਵੀ ਜਿਹੜੀ ਲੇਟੈਸਟ ਹੈ ਕਿ ਕਈ ਵਾਰੀ ਹੁੰਦਾ ਹੈ ਕਿ ਉਹ ਵੀ ਸਪੋਰਟ ਕਰਦੇ ਹੋਏ ਨਜ਼ਰ ਆਉਂਦੇ ਨੇ। ਮੈਮ, ਜਿਹੜੀ ਕੁੜੀ ਇੰਡੀਆ 'ਚ ਪਟਿਆਲਾ ਨਾਲ ਟੱਪੀ ਹੋਵੇ, ਇੱਥੇ ਆ ਕੇ ਉਹ ਸਿੱਧਾ ਕੈਨੇਡਾ ਆ ਕੇ ਬਰੈਂਪਟਨ ਟੂ ਮਿਸੀਸਾਗਾ ਹੋਈ, ਇਹ ਚੀਜ਼ ਮਤਲਬ ਸ਼ਹਿਰ ਟੂ ਸ਼ਹਿਰ ਟੱਪਣ ਲੱਗ ਗਏ, ਉਹ ਮਾਈਂਡ ਦਾ ਬਰੋਡ ਹੁੰਦਾ ਹੀ ਆ। ਹੁਣ ਜਿਹੜੀ ਇੰਡੀਆ ਆਰਾਮ ਨਾਲ ਚੁੱਪਚਾਪ ਸੂਟ ਪਾ ਕੇ ਫਿਰ ਮਤਲਬ ਘੁੰਮਦੀ ਸੀ, ਇੱਥੇ ਆ ਕੇ ਜੀਨਾ ਸ਼ੀਨਾ ਉਹ ਪਾ ਕੇ, ਉਹ ਬਸ ਉਹਦੇ ਕਰਕੇ ਹੁਣ ਮਾਈਂਡ ਚੇਂਜ ਹੋ ਗਿਆ। ਹੁਣ ਉਹ ਤਾਂ ਦੇਖਣਗੇ ਕਿ ਅਸੀਂ ਇੰਡੀਆ ਵਾਲਾ ਕੀ ਉਹ ਪੇਂਡੂ ਜਾ ਲੱਭਣਾ, ਇੱਥੇ ਆ ਕੇ ਆਪਣਾ ਕੋਈ ਦੇਖਾਂਗੇ। ਤੁਹਾਨੂੰ ਲੱਗਦਾ ਕਿ ਸਿਰਫ ਕੱਪੜੇ ਬਦਲਣ ਨਾਲ ਜਾਂ ਫਿਰ ਸ਼ਹਿਰ ਬਦਲਣ ਨਾਲ ਜਿਹੜੇ ਆ ਬੰਦੇ ਦੀ ਸੋਚ ਵੀ ਬਦਲ ਜਾਂਦੀ ਆ? ਮੈਮ, ਉਹ ਤਾਂ ਹੈ। ਹੁਣ ਤੁਸੀਂ ਸਪੋਜ਼ ਤੁਸੀਂ ਸ਼ਹਿਰ ਤੋਂ, ਤੁਹਾਡੀ ਇੰਨੀ ਮਤਲਬ ਥਿੰਕਿੰਗ ਨਹੀਂ ਚੇਂਜ ਹੋਈ ਹੋਊਗੀ। ਜਿਹੜੀ ਪਿੰਡਾਂ ਤੋਂ ਕੁੜੀ ਆਈ ਆ ਜਾਂ ਚਲੋ ਮੁੰਡਾ ਆ, ਉਹਦੀ ਇੱਥੇ ਆ ਕੇ ਥਿੰਕਿੰਗ ਚੇਂਜ ਹੋਊਗੀ, ਪਰ ਜੇ ਦੇਖੀਏ ਕੁੜੀਆਂ ਦੀ ਜ਼ਿਆਦਾ ਹੋ ਜਾਂਦੀਆਂ ਨੇ ਕਿ ਸਾਨੂੰ ਇੰਨੀ ਕਿਉਂਕਿ ਪਿੰਡਾਂ 'ਚ ਮੁੰਡਿਆਂ ਨੂੰ ਥੋੜ੍ਹੀ ਫਰੀਡਮ ਹੁੰਦੀ ਆ, ਇੱਥੇ ਆ ਕੇ ਵੀ ਚਲੋ ਫਰੀਡਮ ਹੈਗੀ ਆ,
ਕੁੜੀਆਂ ਨੂੰ ਉੱਥੇ ਹੁੰਦੀ ਨਹੀਂ ਇੰਨੀ ਫਰੀडम, ਇੱਥੇ ਆ ਕੇ ਹੋ ਜਾਂਦੀ ਆ। ਤੇ ਉਹੀ ਫਰੀडम ਦੀ ਜਿਵੇਂ ਤੁਸੀਂ ਗੱਲ ਕੀਤੀ ਆ, ਤੇ ਇਹਦੇ ਵਿੱਚ ਕਿਤੇ ਨਾ ਕਿਤੇ ਪੇਰੈਂਟਸ ਵੀ ਤਾਂ ਰਿਸਪੌਂਸਿਬਲ ਨੇ। ਅੱਜ ਮੁੰਡੇ ਵਾਲੇ ਰੋਂਦੇ ਨੇ ਕਿ 25 ਲੱਖ ਅਸੀਂ ਲਾਇਆ ਸੀ ਤੇ ਉਤੋਂ ਹੀ ਸਾਡਾ ਮੁੰਡਾ ਵੀ ਗਿਆ। ਜੇ ਐਨੀ ਉਹ ਤੁਸੀਂ ਆਪਣੇ ਮੁੰਡੇ ਦੇ ਉੱਤੇ ਪੈਸੇ ਖਰਚ ਕੀਤੇ ਹੁੰਦੇ, ਉਹਨੂੰ ਪੜ੍ਹਾਇਆ ਲਿਖਾਇਆ ਹੁੰਦਾ ਜਾਂ ਮੁੰਡੇ ਨੇ ਮਿਹਨਤ ਕੀਤੀ ਹੁੰਦੀ, ਅੱਜ ਇਹ ਚੀਜ਼ਾਂ ਨਹੀਂ ਹੁੰਦੀਆਂ। ਜਿਹੜਾ ਬੰਦਾ 5 ਬੈਂਡ ਆਇਲਸ ਦੇ ਉੱਥੇ ਨਹੀਂ ਲੈ ਸਕਦਾ, ਇੱਥੇ ਆ ਕੇ ਕੀ ਕਰੂਗਾ? ਫਿਰ ਦਿਹਾੜੀਆਂ ਹੀ ਲਗਾਊਗਾ। ਮੈਮ ਜੋ ਚਲੋ ਉਹਨੂੰ ਉੱਥੇ ਇੰਗਲਿਸ਼ ਆਉਂਦੀ ਨਹੀਂ, ਚਲੋ ਵਿਆਹ ਕਰਾ ਕੇ ਇੱਥੇ ਆ ਗਿਆ, ਇੱਥੇ ਕੰਮ ਕਰੂਗਾ, ਬੰਦੇ ਨਾਲ ਇੰਟਰੈਕਸ਼ਨ ਹੋਊਗੀ ਉਹਦੀ ਇੰਗਲਿਸ਼ 'ਚ, ਬੰਦਾ ਆਪਣੇ ਆਪ ਇੰਗਲਿਸ਼ ਸਿੱਖ ਜਾਂਦਾ। ਇੱਥੇ ਆ ਕੇ ਤੁਸੀਂ ਇੱਥੇ ਤਾਂ ਉਹਦੀ ਮਜਬੂਰੀ ਹੋਊਗੀ ਕਿ ਮੈਂ ਇੰਗਲਿਸ਼ ਕਰਨੀ ਹੈ, ਤੇ ਉਹ ਪੜ੍ਹ ਕੇ ਅੱਗੇ ਕਰੂਗਾ। ਪੇਰੈਂਟਸ ਨੂੰ ਕਿੰਨਾ ਕੁ ਰਿਸਪੌਂਸਿਬਲ ਮੰਨਦੇ ਹੋ ਜਦ ਤੁਹਾਨੂੰ ਪਤਾ ਕਿ ਤੁਹਾਡੇ ਬੱਚਿਆਂ ਦਾ ਪ੍ਰੋਪਰ ਮੈਚ ਹੀ ਨਹੀਂ ਹੈ? ਇੱਕ ਪਾਸੇ ਕੁੜੀ ਐਜੂਕੇਟਿਡ ਆ, ਦੂਜੇ ਪਾਸੇ ਮੁੰਡੇ 'ਚ ਇੰਨੀ ਐਜੂਕੇਸ਼ਨ ਨਹੀਂ ਹੈਗੀ। ਸੋ ਪੇਰੈਂਟਸ ਕਿੰਨਾ ਕੁ ਤੁਹਾਨੂੰ ਲੱਗਦਾ ਰਿਸਪੌਂਸਿਬਲ ਨੇ ਕਿ ਇਹੋ ਜਿਹੇ ਵਿਆਹ ਕਰਵਾਉਣ ਦੇ ਵਿੱਚ? ਕੀ ਪੇਰੈਂਟਸ ਮਜਬੂਰੀ ਬਸ ਇਹੋ ਜਿਹਾ ਵਿਆਹ ਕਰਦੇ ਆ ਬੱਚਿਆਂ ਦੇ ਪ੍ਰੈਸ਼ਰ ਹੇਠ ਆ ਕੇ, ਜਾਂ ਬੱਚਿਆਂ ਦੇ ਭਵਿੱਖ ਲਈ ਇਹ ਸਭ ਕਰਦੇ ਆ? ਮੈਮ ਜੇ ਮੁੰਡੇ ਵਾਲੇ ਦੇਖੇ, ਉਹਨਾਂ ਨੂੰ ਆਪਣਾ ਮੁੰਡਾ ਤੋਰਨਾ ਹੁੰਦਾ ਬਾਹਰ, ਕਿ ਮੁੰਡਾ ਜਾ ਕੇ ਕੁਝ ਬਣ ਜੂਗਾ, ਪੜ੍ਹ ਲਿਖ ਕੇ ਕੁਝ ਵੱਡਾ ਬੰਦਾ ਬਣ ਜੂਗਾ, ਸਾਡੇ ਵੀ ਸਾਡੀ ਫੈਮਿਲੀ ਦਾ ਵੀ ਸੁੱਖ ਹੋ ਜੂਗਾ। ਕੁੜੀ ਵਾਲੇ ਪਾਲਦੇ ਨੇ ਕਿ ਉਹਨਾਂ ਨੂੰ ਪੈਸੇ ਮਿਲ ਜਾਣਗੇ, ਕੁੜੀ ਬਾਹਰ ਤੋਰ ਦੇਣਗੇ, ਉਹਨਾਂ ਦਾ ਸੁੱਖ ਹੋ ਜੂਗਾ ਕਿ ਕੁੜੀ ਦਾ ਇਸ ਕੁੜੀ ਨੂੰ ਇੱਕ ਸਾਈਡ ਲਾਤਾ ਕਿ ਚਲੋ ਮਤਲਬ ਬਾਹਰ ਜਾ ਕੇ ਕੰਮ ਕਰ ਲੂਗੀ। ਉਹ ਚੱਕਰ ਹੈ, ਤੇ ਦੋਨੋਂ ਫੈਮਿਲੀ ਦਾ ਗਲਤੀ ਹੈਗੀ ਆ। ਜਿਹੜੇ ਸਾਡੇ ਨਾਲ ਸ਼ੌਪ ਪੰਜਾਬ ਦੀ ਓਨਰ ਪ੍ਰੀਤ ਕਮਲ ਮੌਜੂਦ ਹੈ, ਜੋ ਕਿ ਬੇਸਿਕਲੀ ਲੁਧਿਆਣਾ ਤੋਂ ਨੇ। ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਪ੍ਰੀਤ, ਵੈਲਕਮ ਟੂ ਹਮਦਰਦ ਮੀਡੀਆ। ਥੈਂਕ ਯੂ ਜੀ। ਪੰਜਾਬ ਨੂੰ ਤੁਸੀਂ ਪ੍ਰਮੋਟ ਕਰ ਰਹੇ ਹੋ ਆਪਣੇ ਸ਼ੌਪ, ਜਿਵੇਂ ਤੁਸੀਂ ਕਿਹਾ ਸ਼ੌਪ ਪੰਜਾਬ ਦੇ ਜ਼ਰੀਏ, ਰਾਈਟ, ਕਿ ਪੰਜਾਬ ਨੂੰ ਪ੍ਰਮੋਟ ਕਰ ਰਹੇ ਹੋ। ਮੈਂ ਦੇਖ ਰਹੀ ਹਾਂ ਤੁਹਾਡੇ ਇੱਥੇ ਵੀ ਪੰਜਾਬ ਦਾ ਮੈਪ ਬਣਿਆ ਹੋਇਆ ਵਾ। ਸੋ ਇੱਕ ਪਾਸੇ ਤੁਸੀਂ ਪੰਜਾਬ ਨੂੰ ਪ੍ਰਮੋਟ ਕਰ ਰਹੇ ਹੋ ਵਧੀਆ ਚੀਜ਼ਾਂ ਦੇ ਲਈ, ਦੂਜੇ ਪਾਸੇ ਪੰਜਾਬ ਦੀਆਂ ਜਿਹੜੀਆਂ ਇਸ ਵਕਤ ਖਬਰਾਂ ਸਾਹਮਣੇ ਆ ਰਹੀਆਂ ਨੇ, ਉਹਦੇ ਬਾਰੇ ਕੀ ਕਹਿਣਾ ਚਾਹੋਗੇ? ਜੀ ਸੁਣ ਕੇ ਬਹੁਤ ਦੁੱਖ ਲੱਗਦਾ, ਰਾਈਟ, ਵੀ ਅੱਜ ਕੱਲ੍ਹ ਇੰਨਾ ਕੁਝ ਹੋ ਰਿਹਾ ਹੈਗਾ। ਇਮੀਗ੍ਰੇਸ਼ਨ ਦੇ ਚੱਕਰ 'ਚ ਇੰਨੇ ਫਰਾਡ ਕੇਸਿਸ ਆ ਰਹੇ ਆ ਸਾਹਮਣੇ। ਸੋ ਉਹ ਸਭ ਦੇਖ ਕੇ ਕਿਤੇ ਨਾ ਕਿਤੇ ਦਿਲ ਨੂੰ ਥੋੜ੍ਹਾ ਦੁੱਖ ਲੱਗਦਾ ਹੈਗਾ ਵੀ ਇੱਦਾਂ ਦੀਆਂ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ। ਐਂਡ ਜਿੰਨੇ ਸੁਸਾਈਡ ਕੇਸਿਸ ਸਾਹਮਣੇ ਆ ਰਹੇ ਆ, ਉਹ ਤਾਂ ਡੈਫੀਨੇਟਲੀ ਗਲਤ ਹੈਗੇ ਆ। ਯਾ ਅੱਜ ਕੱਲ੍ਹ ਜਿਵੇਂ ਅਸੀਂ ਦੇਖ ਰਹੇ ਹਾਂ ਕਿ ਮੈਰਿਜਸ ਦਾ ਬਹੁਤ ਜ਼ਿਆਦਾ ਟਰੈਂਡ ਹੋ ਚੁੱਕਿਆ ਕਿ ਮੁੰਡਾ ਕੁੜੀ ਘਰ ਦੇ ਦੇਖਦੇ ਨੇ ਇੱਕ ਦੂਜੇ ਲਈ, ਹੈ ਨਾ, ਉਸ ਤੋਂ ਬਾਅਦ ਉਹਨਾਂ ਦਾ ਵਿਆਹ ਹੁੰਦਾ ਆ, ਦੈਨ ਇੱਕ ਜਣਾ ਇੱਥੇ ਆ ਜਾਂਦਾ, ਇੱਥੇ ਆ ਕੇ ਮੁੱਕਰ ਜਾਂਦਾ। ਸਭ ਤੋਂ ਪਹਿਲੀ ਗੱਲ ਤਾਂ ਮੈਂ ਪੁੱਛਣਾ ਚਾਹੁੰਦੀ ਹਾਂ, ਮੁੰਡਾ ਹੋਵੇ ਚਾਹੇ ਕੁੜੀ ਹੋਵੇ, ਕਈ ਵਾਰੀ ਇਹੋ ਜਿਹੇ ਕੇਸਿਸ ਦੇਖੇ ਗਏ ਨੇ, ਵਿਆਹ ਕਰਵਾ ਕੇ ਇੱਥੇ ਆਉਂਦੇ ਨੇ, ਪਰ ਇੱਥੇ ਆ ਕੇ ਆਪਣੇ ਆਪ ਨੂੰ ਸਿੰਗਲ ਸ਼ੋਅ ਕਰਦੇ ਨੇ, ਜਾਂ ਫਿਰ ਇਹ ਸ਼ੋਅ ਕਰਦੇ ਨੇ ਆਪਣੇ ਫਰੈਂਡ ਸਰਕਲ ਦੇ ਵਿੱਚ ਜਿਹੜੀ ਉਹਨਾਂ ਨੇ ਵਿਆਹ ਕੀਤੀ ਸੀ, ਉਹਦਾ ਕੰਟਰੈਕਟ ਮੈਰਿਜ ਸੀ ਇੱਥੇ ਆਉਣ ਲਈ। ਹਾਂਜੀ, ਇਹ ਬਹੁਤ ਸਾਰੇ ਕੇਸਿਸ ਹੁੰਦੇ ਆ। ਜਿੱਦਾਂ ਲਾਈਕ ਡਿਪੈਂਡ ਕਰਦਾ ਪਿੱਛੇ ਤੁਹਾਡੀ ਲਵ ਮੈਰਿਜ ਹੋਵੇ ਚਾਹੇ ਅਰੇਂਜ ਹੋਵੇ। ਅੱਜ ਕੱਲ੍ਹ ਲੋਕਾਂ ਦੀ ਨੀਤ 'ਤੇ ਕੋਈ ਭਰੋਸਾ ਨਹੀਂ ਹੁੰਦਾ, ਕਿਉਂਕਿ ਜਦੋਂ ਇੱਕ ਵਾਰੀ ਇੱਕ ਵੀ ਪਾਰਟਨਰ ਕਦੇ ਆ ਜਾਂਦਾ ਇੱਥੇ, ਕਾਫੀ ਇਹ ਪਰਸਨ ਟੂ ਪਰਸਨ ਵੀ ਡਿਪੈਂਡ ਕਰਦਾ ਹੈਗਾ, ਰਾਈਟ, ਰਿਗਾਰਡਲੈਸ ਆਫ ਦਾ ਜੈਂਡਰ, ਚਾਹੇ ਕੁੜੀ ਹੈ ਜਾਂ ਮੁੰਡਾ। ਬਟ ਅੱਜ ਕੱਲ੍ਹ ਇਹ ਕੇਸਿਸ ਇੰਨੇ ਕਾਮਨ ਹੈਗੇ ਆ ਵੀ ਤੁਹਾਨੂੰ ਡਰ ਵੀ ਲੱਗਦਾ ਪਹਿਲੀ ਗੱਲ ਵਿਆਹ ਕਰਵਾਉਂਦੇ ਹੋਏ। ਬਟ ਜਦੋਂ ਕੋਈ ਵੀ ਇੱਕ ਵੀ ਜਾਣਾ ਇੱਥੇ ਆ ਜਾਂਦਾ, ਉਹਨਾਂ ਨੂੰ ਇੱਦਾਂ ਲੱਗਦਾ ਵੀ ਸ਼ਾਇਦ ਕਾਫੀ ਖੁੱਲ੍ਹ ਹੈਗੀ ਆ ਸਾਡੇ ਅੱਗੇ, ਸਾਨੂੰ ਕੋਈ ਪੁੱਛਣ ਵਾਲਾ ਨਹੀਂ ਹੈਗਾ। ਸੋ ਨੈਚੁਰਲ ਜਿਹੀ ਗੱਲ ਹੈਗੀ ਆ ਵੀ ਕੰਪਨੀ ਦਾ ਵੀ ਕਾਫੀ ਫਰਕ ਪੈਂਦਾ, ਤੇ ਲੋਕੀ ਕਾਫੀ ਟਾਈਮ ਆਪਦੇ ਐਡਵਾਂਟੇਜ ਲਈ ਵੀ ਇੱਦਾਂ ਸ਼ੋਅ ਕਰਦੇ ਹੈਗੇ ਆ, ਜਾਂ ਇੱਥੇ ਆ ਕੇ ਕਿਸੇ ਹੋਰ ਨੂੰ ਲਾਈਕ ਕਰਨ ਲੱਗ ਜਾਂਦੇ ਆ। ਇੰਨੀਆਂ ਵੀ ਕੰਪਲਿਕੇਸ਼ਨਸ ਆ ਜਾਂਦੀਆਂ। ਤੇ ਕੀ ਸੋਚ ਰਹੇ ਹੋ ਤੁਸੀਂ ਮੈਰਿਜ ਕਰਵਾਉਣ ਦੇ ਬਾਰੇ ਵਿੱਚ, ਲਵ ਜਾਂ ਫਿਰ ਅਰੇਂਜ, ਕਿਵੇਂ ਦੀ ਸੋਚ ਰਹੇ ਹੋ? ਇਟ ਡਜ਼ਨਟ ਰੀਲੀ ਮੈਟਰ ਐਜ਼ ਲੌਂਗ ਐਜ਼ ਤੁਹਾਨੂੰ ਪਾਰਟਨਰ ਚੰਗਾ ਮਿਲਦਾ। ਸੋ ਫੋਰ ਐਗਜ਼ਾਮਪਲ, ਇਵਨ ਦੋ ਤੁਹਾਡੇ ਪੇਰੈਂਟਸ ਕਿਸੇ ਨਾਲ ਇੰਟਰੋਡਿਊਸ ਕਰਾਉਂਦੇ ਤੁਹਾਨੂੰ, ਐਜ਼ ਲੌਂਗ ਐਜ਼ ਤੁਹਾਡੀ ਉਹ ਬੰਦੇ ਨਾਲ ਤੁਸੀਂ ਕਲਿੱਕ ਹੁੰਦੇ ਹੋ, ਔਰ ਇਫ ਯੂ ਹੈਪਨ ਟੂ ਫਾਈਂਡ ਸਮਵਨ ਦੈਟ ਯੂ ਨੋ ਐਂਡ ਦੈਨ ਯੂ ਗੈਟ ਮੈਰਿਡ, ਹੈ ਨਾ। ਬਿਲਕੁਲ। ਤੇ ਜੇ ਮੈਂ ਗੱਲ ਕਰਾਂ ਇੰਡੀਆ ਤੋਂ, ਤੁਸੀਂ ਜੇ ਕੋਈ ਤੁਹਾਡੇ ਪੇਰੈਂਟਸ ਪਸੰਦ ਕਰਦੇ ਆ, ਉਹਦੇ ਨੂੰ ਪ੍ਰੈਫਰੈਂਸ ਦੇਵੋਗੇ, ਜਾਂ ਤੁਹਾਨੂੰ ਇੱਥੇ ਤੁਸੀਂ ਪ੍ਰੈਫਰੈਂਸ ਦੇਵੋਗੇ ਜੇ ਇੱਥੋਂ ਦਾ ਕੋਈ ਮੁੰਡਾ ਇੱਥੋਂ ਦਾ ਹੋਵੇ? ਆਈ ਥਿੰਕ ਮੈਂ ਪਰਸਨਲੀ somebody who is living here, ਮੈਂ ਇੱਥੋਂ ਦੇ ਮੁੰਡੇ ਨੂੰ ਪ੍ਰੈਫਰੈਂਸ ਦਊਂਗੀ। the reason is because I won't be completely satisfied ਜੇ ਮੈਂ ਇੰਡੀਆ ਤੋਂ, because like I'll be in doubt ਵੀ ਬੰਦੇ ਨੇ ਇੱਥੇ ਆਉਣ ਲਈ ਵਿਆਹ ਕਰਾਇਆ ਹੈਗਾ ਕਿ ਮੇਰੇ ਨਾਲ ਵਿਆਹ ਕਰਾਇਆ ਹੈਗਾ। ਸੋ ਡਾਊਟ ਜੇ ਆਲਵੇਜ਼ ਰਹੂਗਾ। ਪਲੱਸ ਆਈ ਫੀਲ ਲਾਈਕ ਵੀ ਇੱਥੇ ਆ ਕੇ ਇੰਨੀ ਮਿਹਨਤ ਕੀਤੀ ਆ, ਐਂਡ somebody ਜਿਹੜਾ ਕੋਈ ਇੱਥੋਂ ਦਾ ਹੈ ਨਾ ਰਹਿਣ ਵਾਲਾ ਹੋਵੇ, ਐਂਡ ਦੇ ਨੋ ਦ ਸਟਰਗਲਸ, ਰਾਈਟ। ਸੋ ਸੇਮ ਪੇਜ 'ਤੇ ਹੋਣਾ ਬਹੁਤ ਜ਼ਰੂਰੀ ਹੈ ਇੱਕ ਲਾਈਫ 'ਚ। ਪੁੱਛਣਾ ਚਾਹੁੰਦੀ ਹਾਂ ਕਿ ਜਿਹੜੀਆਂ ਕੁੜੀਆਂ ਜਾਂ ਮੁੰਡੇ ਉਰੇ ਆ ਕੇ ਝੂਠ ਬੋਲਦੇ ਨੇ ਕਿ ਅਸੀਂ ਸਿੰਗਲ ਆ, ਜਦ ਕਿ ਪਿੱਛੋਂ ਮੈਰਿਡ ਹੁੰਦੇ ਨੇ ਉਹ, ਜਾਂ ਕਮਿਟਡ ਹੁੰਦੇ ਨੇ, ਜਾਂ ਇੱਥੇ ਆ ਕੇ ਇਹ ਸ਼ੋਅ ਕਰਦੇ ਨੇ ਕਿ ਸਾਡੀ ਜਿਹੜੀ ਮੈਰਿਜ ਹੋਈ ਸੀ ਉਹ ਤਾਂ ਜਸਟ ਇੱਕ ਫੇਕ ਮੈਰਿਜ ਸੀ, ਉਹ ਇਹ ਝੂਠ ਕਿਉਂ ਬੋਲਦੇ ਨੇ? ਪਤਾ ਨਹੀਂ, ਲੋਕਾਂ ਦੀ ਜ਼ਮੀਰ ਨਹੀਂ ਹੁੰਦੀ, ਫਿਰ ਹੋਰ ਕੀ ਕਹਿ ਸਕਦੇ ਆ, ਰਾਈਟ। ਵੀ ਜਦ ਤੁਸੀਂ ਕਿਸੇ ਨਾਲ ਇੱਕ ਵਾਅਦਾ ਕਰਕੇ ਆਏ ਆ, ਇੱਥੇ ਆ ਕੇ ਝੂਠ ਬੋਲਣ ਦਾ the only reason I could think is maybe they want to live that single life। ਉਹ ਚਾਹੁੰਦੇ ਆ ਵੀ ਯੂ نو ਥੋੜ੍ਹਾ ਅਸੀਂ ਫਰੀडम ਇੰਡੀਪੈਂਡੈਂਟਲੀ
right? They want to maybe cheat their partners, who knows. ਤੇ ਜਿਹੜੇ ਹੁਣ ਅਸੀਂ ਦੇਖ ਰਹੇ ਹਾਂ ਕਿ ਇੱਕ ਪਿੱਛੇ ਜੇ ਵੀ ਹੁਣ ਰੀਸੈਂਟਲੀ ਇੱਕ ਲੜਕੇ ਨੇ ਸੁਸਾਈਡ ਕੀਤੀ ਆ ਜਿਹੜੀਆਂ ਐਵੇਂ ਦੀਆਂ ਮੈਰਿਜਸ ਹੋ ਰਹੀਆਂ ਨੇ ਇਹਦੇ ਲਈ ਰਿਸਪੌਂਸਿਬਲ ਕੌਣ ਆ ਕਿਉਂਕਿ 18 ਸਾਲ ਦੀ ਕੁੜੀ 21 ਸਾਲ ਦਾ ਮੁੰਡਾ ਕੋਈ ਮੈਚੋਰਟੀ ਨਹੀਂ ਉਹਨਾਂ ਦੇ ਵਿੱਚ ਹੈਗੀ ਸੋ ਐਵੇਂ ਦੀਆਂ ਮੈਰਿਜਸ ਕਿਉਂ ਲਈ ਜ਼ਿੰਮੇਦਾਰ ਕੌਣ ਆ ਪੇਰੈਂਟਸ ਨੇ ਜਾਂ ਬੱਚੇ ਖੁਦ ਸਾਰੇ ਹੀ ਬਿਕਾਜ਼ ਐਟ ਦੀ ਐਂਡ ਆਫ ਦ ਡੇ ਤੁਹਾਨੂੰ ਪੇਰੈਂਟਸ ਜਿੰਨਾ ਮਰਜ਼ੀ ਪ੍ਰੈਸ਼ਰਾਈਜ਼ ਕਰ ਲੈਣ ਹਨਾ ਕਿਤੇ ਨਾ ਕਿਤੇ ਤੁਹਾਡਾ ਆਪਦਾ ਵੀ ਡਿਸੀਜਨ ਹੁੰਦਾ ਹੈਗਾ ਕਿਉਂਕਿ ਅੱਜ ਕੱਲ੍ਹ ਇਦਾਂ ਤਾਂ ਨਹੀਂ ਹੁੰਦਾ ਕਿ ਵੀ ਕੁੱਟ ਮਾਰ ਕੇ ਵਿਆਹ ਹੋ ਜਾਂਦੇ ਆ ਰਾਈਟ ਜਿਹੜੇ ਤੁਸੀਂ ਗੱਲ ਕਰ ਰਹੇ ਹੋ ਪੇਰੈਂਟਸ ਦੀ ਗੱਲ ਕਰ ਰਹੇ ਆ ਇੱਥੇ ਨਾ ਵੀ ਪੇਰੈਂਟਸ ਵੀ ਤੇ ਬੱਚੇ ਵੀ ਦੋਵੇਂ ਇਕੁਅਲੀ ਰਿਸਪੌਂਸਿਬਲ ਨੇ ਪਰ ਜਦੋਂ ਬੱਚਾ ਕੋਈ ਐਵੇਂ ਦਾ ਧੋਖਾ ਕਰਨ ਦੀ ਗੱਲ ਕਰਦਾ ਆ ਖਾਸ ਤੌਰ ਤੇ ਜੇ ਹੁਣ ਕੁੜੀਆਂ ਦੀ ਗੱਲ ਕਰੀਏ ਤਾਂ ਪੇਰੈਂਟਸ ਵੀ ਇਕੁਅਲੀ ਸਪੋਰਟ ਕਰ ਰਹੇ ਨੇ ਆਪਣੇ ਬੱਚਿਆਂ ਨੂੰ ਆਪਣੀਆਂ ਕੁੜੀਆਂ ਨੂੰ ਉਹ ਗੱਲ ਤਾਂ ਫਿਰ ਡੈਫੀਨੇਟਲੀ ਗਲਤ ਆ ਰਾਈਟ ਹਾਂ ਵੀ ਪੇਰੈਂਟਸ ਨੂੰ ਵੀ ਇਦਾਂ ਨਹੀਂ ਹੈਗਾ ਵੀ ਜਦੋਂ ਦੋ ਪਰਿਵਾਰ ਇਕੱਠੇ ਜੁੜਦੇ ਆ ਰਾਈਟ ਤੁਸੀਂ ਕਹਿ ਲਓ ਮਹਾਰਾਜ ਦੇ ਸਾਹਮਣੇ ਬੈਠ ਕੇ ਲਾਵਾਂ ਲਿੱਤੀਆਂ ਐਂਡ ਯੂ ਗਾਈਜ਼ ਆਰ ਟੁਗੇਦਰ ਰਾਈਟ ਤੇ ਤੁਸੀਂ ਇੱਕ ਫੈਮਿਲੀ ਵੀ ਜੇ ਇੱਦਾਂ ਕਰੇ ਜੇ ਕੋਈ ਗਲਤ ਬੱਚਾ ਕਰ ਰਿਹਾ ਤਾਂ ਇਟਸ ਪੇਰੈਂਟਸ ਰਿਸਪੌਂਸਿਬਿਲਿਟੀ ਟੂ ਬ੍ਰਿੰਗ them ਔਨ ਦ ਟਰੈਕ ਰਾਈਟ ਵੀ ਤੁਸੀਂ ਉਹਨੂੰ ਵਾਪਸ ਟਰੈਕ 'ਤੇ ਲੈ ਕੇ ਆਉਣਾ ਹੈਗਾ ਕਿ ਜਿਹੜਾ ਸੁਸਾਈਡ ਹੋਇਆ ਸੁਸਾਈਡ ਇਜ਼ ਦਾ ਸੋਲੂਸ਼ਨ ਆਫ ਐਨੀ ਪ੍ਰੋਬਲਮ No, I do not believe so. ਜਿੰਨੀ ਮਰਜ਼ੀ ਪ੍ਰੋਬਲਮ ਹੋ ਜਾਵੇ ਬੰਦੇ ਨੂੰ ਇੱਕ ਹਿੰਮਤ ਨਹੀਂ ਹਾਰਨੀ ਚਾਹੀਦੀ ਹੈ ਨਾ ਗੱਲ ਇਦਾਂ ਹੁੰਦੀ ਹੈ ਵੀ ਜਦੋਂ ਆਪਾਂ ਕਿਸੇ ਤੇ ਵਿਸ਼ਵਾਸ ਕਰਦੇ ਹਾਂ ਜਦੋਂ ਵਿਸ਼ਵਾਸ ਟੁੱਟਦਾ ਬੰਦਾ ਇਮੋਸ਼ਨਲੀ ਵੀ ਟੁੱਟ ਜਾਂਦਾ ਹੈਗਾ ਰਾਈਟ ਸੋ ਨੈਚੁਰਲ ਜੀ ਗੱਲ ਹੈ ਵੀ ਇਦਾਂ ਦੇ ਥਾਟਸ ਦਿਮਾਗ 'ਚ ਆਉਂਦੇ ਪਰ ਸੁਸਾਈਡ ਕਰਨ ਨਾਲ ਅੱਜ ਦੀ ਡੇਟ 'ਚ ਕਿਸੇ ਨੂੰ ਕੋਈ ਫਾਇਦਾ ਤਾਂ ਨਹੀਂ ਹੋਇਆ ਹੈ ਨਾ ਐਟ ਦੀ ਐਂਡ ਆਫ ਦ ਡੇ ਸਫਰ ਕੌਣ ਕਰ ਰਿਹਾ ਪੇਰੈਂਟਸ ਸਫਰ ਕਰ ਰਿਹਾ ਪੈਸੇ ਵੀ ਗਏ ਉਹਨਾਂ ਦੇ ਤੇ ਮੁੰਡਾ ਵੀ ਗਿਆ ਰਾਈਟ ਉਹ ਵੀ ਇੱਕ ਨਿੱਕੀ ਜਿਹੀ ਗਲਤੀ ਕਰਕੇ ਜੇ ਕੇਸਿਸ 'ਚ ਹੁਣ ਜਿਵੇਂ ਡਿਮਾਂਡ ਕੀਤੀ ਜਾ ਰਹੀ ਹੈ ਕਿ ਕੁੜੀ ਨੂੰ ਡਿਪੋਰਟ ਕੀਤਾ ਜਾਵੇ ਤੇ ਇਹ ਮੰਗ ਨੂੰ ਕਿੰਨਾ ਕੁ ਤੁਸੀਂ ਜਾਇਜ਼ ਠਹਿਰਾਉਂਦੇ ਹੋ ਕਿਉਂਕਿ ਇੱਕ ਪਰਿਵਾਰ ਦਾ ਮੁੰਡਾ ਚਲਾ ਗਿਆ ਇਸ ਤੋਂ ਬਾਅਦ ਕਈ ਇਹੋ ਜਿਹੇ ਕੇਸਿਸ ਆਏ ਨੇ ਜਿਹਦੇ ਵਿੱਚ ਕਿ ਮੁੰਡਿਆਂ ਦਾ ਬਲੇਮ ਲਗਾਇਆ ਗਿਆ ਕਿ ਕੁੜੀਆਂ ਵਿਆਹ ਕਰਵਾ ਕੇ ਉੱਥੇ ਜਾ ਕੇ ਮੁੱਕਰ ਗਈਆਂ ਤਾਂ ਉਹਨਾਂ ਨੂੰ ਪਿੱਛੋਂ ਬੁਲਾਇਆ ਨਹੀਂ ਗਿਆ ਸੋ ਤੁਹਾਨੂੰ ਲੱਗਦਾ ਕਿ ਇਹੋ ਜਿਹੇ ਮਾਮਲੇ 'ਚ ਕੁੜੀਆਂ ਨੂੰ ਵਾਕਈ ਡਿਪੋਰਟ ਕਰ ਦੇਣਾ ਚਾਹੀਦਾ ਇਹੀ ਇੱਕ ਸੋਲੂਸ਼ਨ ਆਈ ਥਿੰਕ ਸੋ ਵੀ ਚਾਹੇ ਮੁੰਡੇ ਚਾਹੇ ਕੁੜੀਆਂ ਵੀ ਤੁਸੀਂ ਜੇ ਕਿਸੇ ਨੂੰ ਇੱਦਾਂ ਯੂਜ਼ ਕਰਕੇ ਬਾਹਰ ਆ ਰਹੇ ਹੋ ਐਂਡ ਦੈਨ ਤੁਸੀਂ ਅਗਲੇ ਨੂੰ ਪੁੱਛ ਨਹੀਂ ਰਹੇ ਹੈਗੇ ਚਾਹੇ ਕੁੜੀ ਹੈਗੀ ਚਾਹੇ ਮੁੰਡਾ ਹੈਗਾ ਤਾਂ ਅਗਲਾ ਪਰਸਨ ਤੁਹਾਡੇ ਲਈ ਕਿਉਂ ਪੇ ਕਰੇ ਰਾਈਟ ਤੁਹਾਡਾ ਤਾਂ ਇੱਕ ਐਗਰੀਮੈਂਟ ਹੋਇਆ ਵੀ ਤੁਸੀਂ ਬਾਹਰ ਜਾਓ ਤੁਸੀਂ ਆਪਦੀ ਲਾਈਫ ਸ਼ੁਰੂ ਕਰੋ ਜਾਂ ਜਿੱਦਾਂ ਵੀ ਤੇ ਉਹ ਅੱਜ ਕੱਲ੍ਹ ਜੇ ਨਹੀਂ ਚੀਜ਼ ਰਹੀ ਤਾਂ ਡੈਫੀਨੇਟਲੀ ਡਿਪੋਰਟੇਸ਼ਨ ਇਜ਼ ਦੀ ਆਨਸਰ ਸੋ ਸਾਡੇ ਨਾਲ ਇੱਥੇ ਲੁਧਿਆਣੇ ਤੋਂ ਜਸਦੀਪ ਜੀ ਮੌਜੂਦ ਨੇ ਉਹਨਾਂ ਨਾਲ ਅਸੀਂ ਗੱਲ ਕਰਦੇ ਹਾਂ ਵੈਲਕਮ ਟੂ ਹਮਦਰਦ ਮੀਡੀਆ ਤੁਹਾਨੂੰ ਕਿੰਨਾ ਟਾਈਮ ਹੋ ਗਿਆ ਇੱਥੇ ਆਏ ਮੈਨੂੰ 1.5 ਸਾਲ ਹੋ ਗਿਆ ਮੈਮ ਕੀ ਸਟੇਟਸ ਆ ਤੁਹਾਡਾ ਵਰਕ ਪਰਮਿਟ ਅਪਲਾਈਡ ਵਰਕ ਪਰਮਿਟ ਅਪਲਾਈਡ ਵਰਕ ਪਰਮਿਟ ਮਤਲਬ ਸਟੱਡੀ ਬੇਸ ਤੇ ਤੁਸੀਂ ਇੱਥੇ ਆਏ ਹਾਂਜੀ ਸਟੱਡੀ ਬੇਸ ਤੇ ਆਏ ਸੀਗੇ ਕਿਵੇਂ ਦਾ ਰਿਹਾ ਤੁਹਾਡਾ 1.5 ਸਾਲ ਦਾ ਡਿਊਰੇਸ਼ਨ ਵਧੀਆ ਰਿਹਾ ਲਾਈਕ ਸਟੱਡੀ ਰਨ ਹੋ ਗਈ ਪਹਿਲਾਂ ਸਟੱਡੀ ਦੀ ਥੋੜਾ ਸਟ੍ਰੈਸ ਸੀਗਾ ਹੁਣ ਮਾਈਂਡ ਫ੍ਰੀ ਆ ਆਪਣਾ ਕੰਮ ਆਰਾਮ ਨਾਲ ਕਰਦੇ ਵਧੀਆ ਸਭ ਵਧੀਆ ਚੱਲ ਰਿਹਾ ਹੈਗਾ ਤੇ ਉਂਝ ਤੁਸੀਂ ਸਿੰਗਲ ਹੋ ਨਹੀਂ ਮੈਂ ਇੰਗੇਜਡ ਹਾਂ ਇੰਗੇਜਡ ਹੋ ਸੋ ਤੁਹਾਡੇ ਜਿਹੜੇ ਸਪਾਊਸ ਨੇ ਉਹ ਕਿੱਥੇ ਨੇ ਇੰਡੀਆ ਇੰਡੀਆ ਦੇ ਵਿੱਚ ਸੋ ਹੁਣ ਇਸ ਵੇਲੇ ਜਿਸ ਤਰੀਕੇ ਦਾ ਸਿਨੈਰੀਓ ਕ੍ਰੀਏਟ ਹੋ ਰਿਹਾ ਫੋਨ ਕਾਲਸ ਕੋਈ ਤੁਹਾਡੇ ਵੱਲੋਂ ਜਾਂ ਉਹਨਾਂ ਵੱਲੋਂ ਵਧੀਆ ਨੇ ਵੀ ਹਾਂਜੀ ਹਾਂਜੀ ਮੈਂ ਹੁਣੇ ਵੀ ਉਹਨਾਂ ਨਾਲ ਹੀ ਕਾਲ ਤੇ ਸੀ ਲਾਈਕ ਸਭ ਵਧੀਆ ਚੱਲ ਰਿਹਾ ਹੈਗਾ ਵਧੀਆ ਚੱਲ ਰਿਹਾ ਹਾਂਜੀ ਇੱਥੇ ਜਿਹੜਾ ਆ ਕੇ ਗੱਲਬਾਤ ਹੋ ਰਹੀ ਆ ਵੀ ਕੁੜੀਆਂ ਮੁੱਕਰ ਰਹੀਆਂ ਨੇ ਹੁਣ ਅਰਾਊਂਡ ਪਹਿਲਾਂ ਜਿਵੇਂ ਇੱਕ ਮੈਟਰ ਸੀ 2 ਆਏ 3 ਆਏ ਹੁਣ ਕਿੰਨੇ ਮੈਟਰ ਸਾਹਮਣੇ ਆ ਚੁੱਕੇ ਨੇ ਵੀ ਕੁੜੀਆਂ ਇੱਥੇ ਆ ਕੇ ਬਦਲ ਰਹੀਆਂ ਨੇ ਕਿ ਵਾਕਈ ਸਿਰਫ ਕੁੜੀਆਂ ਦਾ ਬਲੇਮ ਆ ਕੁੜੀਆਂ ਹੀ ਇਕੱਲੀਆਂ ਬਦਲ ਰਹੀਆਂ ਜਿੱਦਾਂ ਹੁਣ ਲਾਈਕ ਬਹੁਤ ਸਾਰੇ ਮੈਟਰਸ ਅੱਗੇ ਆ ਰਹੇ ਕਿ ਕੁੜੀਆਂ ਬਦਲ ਰਹੀਆਂ ਨੇਗੀਆਂ ਸਾਰੀਆਂ ਇੱਕੋ ਜਿਹੀਆਂ ਨਹੀਂ ਹੈਗੀਆਂ ਲਾਈਕ ਸਾਰਿਆਂ ਨੂੰ ਇੱਕ ਵਾਰੀ ਸਾਰੀਆਂ ਕੁੜੀਆਂ ਕਹਿੰਦੇ ਸਭ ਚੇਂਜ ਹੁੰਦੀਆਂ ਸਾਰੇ ਨਹੀਂ ਚੇਂਜ ਹੁੰਦੇ ਹੈਗੇ ਮੇਰੇ ਨਾਲ ਜਿੰਨੀਆਂ ਵੀ ਹੁਣ ਤੱਕ ਕੁੜੀਆਂ ਰਹੀਆਂ ਨੇਗੀਆਂ ਸਭ ਆਪਣੇ ਰਿਲੇਸ਼ਨ ਨੂੰ ਲੈ ਕੇ ਲਾਇਲ ਸੀਗੀਆਂ ਲਾਈਕ ਪਤਾ ਨਹੀਂ ਕਿਉਂ ਇੰਨਾ ਜ਼ਿਆਦਾ ਲਾਈਕ ਕੁੜੀਆਂ ਨੂੰ ਬਲੇਮ ਕੀਤਾ ਜਾ ਰਿਹਾ ਇਸ ਚੀਜ਼ ਦੇ ਲਈ ਇਹਦਾ ਰੀਜ਼ਨ ਤੁਹਾਨੂੰ ਵੈਸੇ ਕੀ ਲੱਗ ਰਿਹਾ ਵੀ ਜੇ ਵਿਆਹ ਕਰਵਾ ਕੇ ਆ ਰਹੇ ਨੇ ਤੇ ਇੱਥੇ ਆ ਕੇ ਰਿਸ਼ਤੇ ਖਰਾਬ ਹੋ ਰਹੇ ਨੇ ਜਾਂ ਕਈ ਵਾਰੀ ਝੂਠ ਬੋਲਿਆ ਜਾਂਦਾ ਅਸੀਂ ਕਮਿਟਡ ਨਹੀਂ ਹੈਗੇ ਸੋ ਜਿਹੜਾ ਉਰੇ ਆ ਕੇ ਕੀ ਤੁਹਾਨੂੰ ਲੱਗਦਾ ਕਿ ਸਮਟਾਈਮਸ ਕੁੜੀਆਂ ਨੂੰ ਵੀ ਓਵਰ ਪ੍ਰੈਸ਼ਰਾਈਜ਼ ਕੀਤਾ ਜਾਂਦਾ ਹੈ ਕਿ ਸਾਨੂੰ ਇਸ ਟਾਈਮ ਸਾਡਾ ਫੋਨ ਤੇ ਗੱਲ ਕਰੋ ਕਿੱਥੇ ਹੋ ਕਿੱਥੇ ਜਾ ਰਹੇ ਹੋ ਐਂਡ ਆਲ ਦੈਟ ਟੂ ਬੀ ਵੈਰੀ ਓਨੈਸਟ ਮੈਮ ਮੇਰੇ ਫਿਆਂਸੇ ਨੇਗੇ ਲਾਈਕ ਚੀਜ਼ ਦੱਸਦੀ ਹਾਂ ਵੀ ਹਾਂ ਮੈਂ ਜਾ ਰਹੀ ਹਾਂ ਕੋਈ ਰਿਸਟ੍ਰਿਕਸ਼ਨ ਨਹੀਂ ਹੈਗੀ ਹੈਪੀਲੀ ਆਪਾਂ ਆਪਣੀ ਲਾਈਫ ਸਪੈਂਡ ਕਰ ਰਹੇ ਹਾਂ ਕਾਲਸ ਕਰਦੇ ਹਾਂ ਸਵੇਰ ਕਰਦੇ ਹਾਂ ਸ਼ਾਮ ਨੂੰ ਕਰਦੇ ਹਾਂ ਆਪਾਂ ਘਰੇ ਵੀ ਤਾਂ ਗੱਲ ਕਰਦੇ ਹਾਂ ਸੇਮ ਆਪਾਂ ਉਹਨਾਂ ਨਾਲ ਗੱਲ ਕਰਦੇ ਹਾਂ ਜੇ ਆਪਾਂ ਆਪਦੇ ਵੱਲੋਂ ਲਾਇਲ ਰਹਿ ਰਹੇ ਹਾਂ ਪੂਰਾ ਟਾਈਮ ਦੇ ਰਹੇ ਹਾਂ ਆਪਣੇ ਰਿਲੇਸ਼ਨ ਨੂੰ ਜੇ ਇੱਥੇ ਵੀ ਆਪਾਂ ਕਿਸੇ ਨਾਲ ਕਮਿਟਡ ਹੁੰਦੇ ਹਾਂ ਤਾਂ ਵੀ ਆਪਾਂ ਵੀ ਤਾਂ ਰਿਲੇਸ਼ਨ ਨੂੰ ਟਾਈਮ ਦੇਵਾਂਗੇ ਹੀ ਨਾ ਸੇਮ ਆਪਾਂ ਇੰਡੀਆ ਨੂੰ ਉੱਦਾਂ ਟਾਈਮ ਦੇ ਰਹੇ ਹਾਂ ਕਹਿੰਦੇ ਉਰੇ ਮਿਹਨਤ ਬਹੁਤ ਹੁੰਦੀ ਹੈ ਪਹਿਲਾਂ ਕਾਲਜ ਜਾਣਾ ਫਿਰ ਕੰਮ ਤੇ ਜਾਣਾ ਕਾਲ ਕਰਨ ਦਾ ਟਾਈਮ ਨਹੀਂ ਮਿਲਦਾ ਮੈਂ ਬੱਸ ਦੇ ਵਿੱਚ ਜਾਂਦੇ ਹਾਂ ਬੱਸ ਦੇ ਵਿੱਚ ਟਾਈਮ ਤਾਂ ਹੁੰਦਾ ਆਪਾਂ ਲਾਈਕ ਹਾਂ 10 ਮਿੰਟ 15 ਮਿੰਟ 20 ਮਿੰਟ ਜਿੰਨੇ ਟਾਈਮ ਦੇ ਵਿੱਚ ਕਾਲਜ ਪਹੁੰਚਾਂਗੇ ਉਹਨਾਂ ਟਾਈਮ ਆਪਾਂ ਫੋਨ 'ਤੇ ਗੱਲ ਕਰ ਲੈਂਦੇ ਹਾਂ ਇੰਨੇ ਕੁ ਨਾ ਉਹਨਾਂ ਨੂੰ ਹੋ ਜਾਂਦਾ ਕਿ ਹਾਂ ਉਹ ਠੀਕ ਆ ਆਪਣਾ ਹਾਲ ਚਾਲ ਹੀ ਪੁੱਛਣਾ ਹੁੰਦਾ ਉਹਨਾਂ ਨੇ ਵੀ ਲਾਈਕ ਸਹੀ ਚੱਲ ਰਿਹਾ ਸਾਰਾ ਕੁਝ ਸਭ ਨੂੰ ਟੈਨਸ਼ਨ ਹੁੰਦੀ ਆ ਜੀ ਹਾਂ ਨਹੀਂ ਤੁਸੀਂ ਨਹੀਂ ਅੱਗੇ ਰਹਿਣਾ ਚਾਹੁੰਦੇ ਕਮ ਸੇ ਕਮ ਉਹਨੂੰ ਬੁਲਾਓ ਤਾਂ ਸਹੀ ਨਾ ਇੱਥੇ ਕੁਝ ਕੇਸਿਸ ਨੇ ਜਿਹਦੇ ਵਿੱਚ ਪੇਰੈਂਟਸ ਵੀ ਆਪਦੀ ਕੁੜੀ ਨੂੰ ਸਪੋਰਟ ਕਰਦੇ ਨੇ ਉਹਦੇ ਵਿੱਚ ਕੀ ਕਹੋ ਵੀ ਹਾਂ ਠੀਕ ਆ ਓਕੇ ਤੂੰ ਨਹੀਂ ਬੁਲਾਉਣਾ ਹੈਗਾ ਇਟਸ ਓਕੇ
ਇਹ ਘਰਦਿਆਂ ਦੀ ਬਹੁਤ ਗਲਤ ਸੋਚ ਆ। ਮੇਰੇ ਖੁਦ ਦੇ ਪੇਰੈਂਟਸ ਮੈਨੂੰ ਮਤਲਬ ਲਾਈਕ ਜਿਹੜੀ ਚੀਜ਼ ਸਹੀ ਆ, ਜਿਹੜੀ ਚੀਜ਼ ਗਲਤ ਆ ਉੱਥੇ ਐਟਲੀਸਟ ਪੇਰੈਂਟਸ ਨੂੰ ਬੋਲਣਾ ਚਾਹੀਦਾ ਕਿ ਮੰਨਿਆ ਹਾਂ ਕੁੜੀ ਬਾਹਰ ਆ ਗਈ ਆ, ਕੋਈ ਗੱਲ ਨਹੀਂ। ਮਤਲਬ ਪਤਾ ਨਹੀਂ, ਮੈਨੂੰ ਨਹੀਂ ਪਤਾ ਘਰ ਦੀ ਸੋਚ ਨੂੰ ਕੀ ਹੋ ਚੁੱਕਿਆ ਹੈਗਾ ਕਿ ਕਿਉਂ ਤੁਸੀਂ ਆਪਣੇ ਬੱਚੇ ਨੂੰ ਗਲਤ ਨੂੰ ਸਪੋਰਟ ਕਰ ਰਹੇ ਹੋ। ਮੇਰੇ ਘਰ ਨੇ ਤਾਂ ਮੈਨੂੰ ਪਤਾ ਨਹੀਂ ਲਾਈਕ ਜੇ ਮੈਂ ਇਦਾਂ ਕੁਝ ਵੀ ਕਰਾਂ ਤਾਂ ਨਹੀਂ, ਮੈਨੂੰ ਨਹੀਂ ਅਲਾਉ ਕਰਦੇ ਹੈਗੇ। ਮੈਨੂੰ ਸ਼ੁਰੂ ਤੋਂ ਹੀ ਹਮੇਸ਼ਾ ਇਹ ਚੀਜ਼ ਸਿਖਾਈ ਗਈ ਹੈ, ਜੋ ਚੀਜ਼ ਸਹੀ ਹੈ ਉਹ ਸਹੀ ਹੈ, ਜਿੱਥੇ ਤੁਸੀਂ ਗਲਤ ਹੋ ਉੱਥੇ ਤੁਸੀਂ ਗਲਤ ਹੋ। ਤੁਹਾਨੂੰ ਲੱਗਦਾ ਕਿ ਇੱਥੋਂ ਦਾ ਜਿਹੜਾ ਖੁੱਲਾ ਮਾਹੌਲ ਆ ਉਹਦੇ ਵਿੱਚ ਕੰਪਨੀ ਦਾ ਵੀ ਬਹੁਤ ਮੈਟਰ ਕਰਦਾ ਆ? ਬਹੁਤ ਜ਼ਿਆਦਾ ਇਹ ਚੀਜ਼ ਮੈਟਰ ਕਰਦੀ ਹੈ, ਬਹੁਤ ਜ਼ਿਆਦਾ। ਮੈਂ ਆਪਣੀ ਸਿਸਟਰਸ ਦੇ ਨਾਲ ਰਹਿ ਰਹੀ ਹਾਂ, ਮੇਰੇ ਤੋਂ ਵੱਡੀਆਂ ਨੇਗੀਆਂ, ਮੈਨੂੰ ਹਮੇਸ਼ਾ ਲਾਈਕ ਸਹੀ ਗੱਲ ਦੀ ਸਪੋਰਟ ਕਰਦੀਆਂ ਨੇ, ਗਲਤ ਲਈ ਮੈਨੂੰ ਉੱਥੋਂ ਰੋਕਦੀਆਂ ਨੇਗੀਆਂ। ਜੇ ਆਪਾਂ ਕਿਤੇ ਨਾ ਕਿਤੇ ਗਲਤ ਹੁੰਦੇ, ਆਪਾਂ ਨੂੰ ਰੋਕ ਟੋਕ ਨਹੀਂ ਕਰਨਗੇ ਤਾਂ ਓਬਵੀਅਸਲੀ ਆਪਾਂ ਵਿਗੜਾਂਗੇ ਉਸ ਚੀਜ਼ ਨੂੰ ਲੈ ਕੇ। ਆਪਣੇ ਤੇ ਘਰ ਦੇ ਰੋਕ ਟੋਕ ਕਰਦੇ ਸੀ, ਆਪਾਂ ਸਹੀ ਰਹਿੰਦੇ ਸੀਗੇ, ਜ਼ਿਆਦਾ ਵੀ ਨਹੀਂ, ਲਾਈਕ ਛੋਟੀਆਂ ਜੇ ਆਪਣੇ ਤੇ ਰੋਕ ਟੋਕ ਰਹਿੰਦੀ ਆ ਆਪਾਂ ਸਹੀ ਰਹਿੰਦੇ ਆ। ਸੋ ਮਤਲਬ ਕਿ ਠੀਕ ਆ, ਕੁਝ ਕੁ ਹੋ ਸਕਦਾ 2% ਕੁੜੀਆਂ ਇਹੋ ਜਿਹੀਆਂ ਹੋ ਸਕਦੀਆਂ ਨੇ ਜੇ ਅਸੀਂ 100 ਦੀ ਗੱਲ ਕਰੀਏ, ਪਰ ਬਾਕੀ ਸਾਰੀਆਂ ਐਵੇਂ ਦੀਆਂ ਨਹੀਂ। ਹੁਣ ਇਹ ਜਿਹੇ ਮੈਟਰਸ ਆ ਰਹੇ ਨਾ, ਵਿਆਹ ਦੇ ਨਾਮ ਤੋਂ ਲੋਕਾਂ ਨੂੰ ਡਰ ਲੱਗਣ ਲੱਗ ਗਿਆ। ਸਹੀ, ਹਾਂਜੀ, ਲਾਈਕ ਹੁਣ ਜੇ ਇਨ ਫਿਊਚਰ ਇਮੀਗ੍ਰੇਸ਼ਨ ਤੱਕ ਇਹ ਗੱਲ ਪਹੁੰਚ ਗਈ ਆ, ਹੁਣ ਹਸਬੈਂਡ ਦੀ ਕਿਸੇ ਨੇ ਵੀ ਫਾਈਲ ਲਗਾਉਣੀ ਹੋਊਗੀ ਤਾਂ ਮੇ ਬੀ PR ਕੇਸਿਸ ਦੇ ਵਿੱਚ ਆਉਂਦੀ ਹੁੰਦੀ ਇੰਟਰਵਿਊਜ਼ ਵਗੈਰਾ, ਉੱਦਾਂ ਸਪਾਊਸ ਵੀਜ਼ੇ ਵਾਸਤੇ ਵੀ ਆਉਣ। ਤੁਹਾਨੂੰ ਲੱਗਦਾ ਕਿ ਇਹ ਜਿਹੇ ਕੇਸਿਸ ਜਿਹੜੇ ਨੇ ਬਾਕੀਆਂ ਲਈ ਕੰਡੇ ਬੀਜਣ? ਡੈਫੀਨੇਟਲੀ ਮੈਮ ਹੋਊਗੀ ਇਹ ਚੀਜ਼, ਲਾਈਕ ਇਮੀਗ੍ਰੇਸ਼ਨ ਸਟ੍ਰਿਕਟ ਹੋਊ ਇਹਨਾਂ ਚੀਜ਼ਾਂ ਨੂੰ ਲੈ ਕੇ। ਪਹਿਲਾਂ ਹੀ ਲਾਈਕ ਇੰਨੀਆਂ ਫਾਈਲ ਰਿਫਿਊਜ਼ਲ ਆ ਰਹੇ ਸੀਗੇ, ਮੇ ਬੀ ਇਨ ਫਿਊਚਰ ਤਾਂ ਪਤਾ ਨਹੀਂ ਕੀ ਬਣੂਗਾ। ਤੇ ਜਿਹੜੇ ਦਰਸ਼ਕ ਇਸ ਵਕਤ ਤੁਹਾਨੂੰ ਦੇਖ ਰਹੇ ਨੇ, ਕੀ ਕਹਿਣਾ ਚਾਹੋਗੇ? ਕੈਨੇਡਾ ਦੇ ਨਾਮ ਤੇ ਹਰ ਕੋਈ ਸੁਪਨੇ ਬਹੁਤ ਸਜਾਉਂਦਾ, ਵਧੀਆ ਮੁਲਕ ਹੈਗਾ ਆ, ਪਰ ਹੁਣ ਜਿਹੜਾ ਜੋ ਸਿਨੈਰੀਓ ਬਣਦਾ ਜਾ ਰਿਹਾ ਨਾ, ਡਰਦੇ ਵੀ ਬਹੁਤ ਨੇ ਵਿਆਹ ਦੇ ਨਾਮ ਤੇ। ਤੁਹਾਨੂੰ ਲੱਗਦਾ ਕਿ ਵਾਕਈ ਇੱਥੇ ਆ ਕੇ ਹਰ ਕੋਈ ਬਦਲ ਰਿਹਾ ਵਾ, ਕੁੜੀਆਂ ਬਦਲ ਰਹੀਆਂ, ਮੁੰਡੇ ਬਦਲ ਰਿਹਾ, ਜਾਂ ਹਜੇ ਵੀ ਜੈਨੂਅਨ ਹੈ? ਮੈਮ ਜੈਨੂਅਨ ਹੈਗੇ ਨੇਗੇ, ਲਾਈਕ ਮੈਂ ਤੁਹਾਨੂੰ ਦੱਸ ਰਹੀ, ਮੈਂ ਖੁਦ ਇੰਗੇਜਡ ਆਪਣੇ ਰਿਲੇਸ਼ਨ ਨੂੰ ਲੈ ਕੇ ਲਾਇਲ ਰਹੋ, ਬਟ ਇੱਕ ਡਰ ਮਨ ਦੇ ਵਿੱਚ ਪੈਦਾ ਹੋ ਗਿਆ ਹੈਗਾ। ਹਾਂਜੀ, ਸ਼ੁਕਰੀਆ ਬਹੁਤ ਬਹੁਤ ਗੱਲ ਕਰਨ ਯੂ ਵੈਲਕਮ ਮੈਮ। ਇੱਥੋਂ ਦੇ ਰਹਿਣ ਵਾਲੇ ਹੋ? ਕੁਰੂਕਸ਼ੇਤਰ, ਹਰਿਆਣਾ। ਤੇ ਅੱਜ ਕੱਲ ਜਿਹੜੀ ਮੈਰਿਜਸ ਨੂੰ ਲੈ ਕੇ ਡਿਸਪਿਊਟ ਚੱਲ ਰਿਹਾ, ਤੁਸੀਂ ਸੁਣਿਆ ਹੀ ਹੋਣਾ ਵਾ ਅੱਜ ਕੱਲ। ਹਾਂਜੀ, ਇੰਸਟਾਗ੍ਰਾਮ ਤੇ ਚੱਲਣ ਦੀਆਂ ਸਟੋਰੀ ਬਹੁਤ। ਤੇ ਦੇਖਿਆ ਹੋਣਾ ਵੀ ਇੱਥੇ ਆ ਕੇ ਪਹਿਲਾਂ ਕੋਈ ਸਮਾਂ ਸੀ ਮੁੰਡੇ ਮੁੱਕਰਦੇ ਹੁੰਦੇ ਸੀਗੇ, ਅੱਜ ਕੱਲ ਕੁੜੀਆਂ ਮੁੱਕਰ ਰਹੀਆਂ ਨੇ। ਕੀ ਕਹਿਣਾ ਚਾਹੋਗੇ, ਕੌਣ ਰਿਸਪੌਂਸਿਬਲ ਆ? ਰਿਸਪੌਂਸਿਬਲ ਤਾਂ ਕਹਿ ਨਹੀਂ ਸਕਦੇ ਜੀ, ਇੱਥੇ ਆ ਕੇ ਖੁੱਲ ਜਾਂਦੇ ਸਾਰੇ ਜਾਣੇ। ਇੰਡੀਆ ਚਲੋ ਘਰਦਿਆਂ ਦੇ ਥੱਲੇ ਹੁੰਦੇ ਸਾਰੇ, ਇੱਥੇ ਆ ਕੇ ਖੁੱਲ ਜਾਂਦੇ। ਮੁੰਡੇ ਵੀ ਗਲਤ ਹੁੰਦੇ, ਕੁੜੀਆਂ ਵੀ ਗਲਤ ਹੁੰਦੀਆਂ, ਤੇ ਗਲਤੀ ਉਹਨਾਂ ਦੀ ਆ ਜਿਹੜੇ ਮੁੱਕਰਦੇ ਆ, ਗਲਤੀ ਹੋਰ ਕਿਸੇ ਦੀ ਤਾਂ ਹੈ ਨਹੀਂ। ਘਰਦਿਆਂ ਦੀ ਵੀ ਮੰਨ ਲਓ ਕਹਿ ਸਕਦੇ ਆ ਵੀ। ਮੁੱਕਰਨ ਦਾ ਕਾਰਨ ਕੀ ਆ? ਵੀ ਜਦ ਵਿਆਹ ਹੀ ਹੋ ਚੁੱਕਿਆ ਉਸ ਤੋਂ ਬਾਅਦ ਇੱਥੇ ਆ ਕੇ ਮੁੱਕਰਨ ਦਾ ਕੀ ਕਾਰਨ ਆ? ਮੁੱਕਰਨ ਦਾ ਕਾਰਨ ਇੰਡੀਆ ਵਿਆਹ ਕਰਕੇ ਉਹਨਾਂ ਨੂੰ ਇਹ ਲੱਗਦਾ ਹੋਣਾ ਵੀ ਅਸੀਂ ਬੰਨੇ ਗਏ ਆ, ਇੱਥੇ ਆ ਕੇ ਖੁੱਲ ਜਾਂਦੀਆਂ ਵੀ ਇੱਥੇ ਆ ਕੇ ਜੋ ਮਰਜ਼ੀ ਕਰ ਸਕਦੇ ਆ, ਵੀ ਸਾਨੂੰ ਪਰਵਾਹ ਨਹੀਂ, ਪਿੱਛੇ ਜਿਹੜਾ ਰਹਿ ਗਿਆ। ਤੇ ਪੇਰੈਂਟਸ ਵੀ ਅੱਜ ਕੱਲ੍ਹ ਅਸੀਂ ਦੇਖ ਰਹੇ ਹਾਂ ਵੀ ਇਸ ਮਾਮਲੇ 'ਚ ਕੁੜੀਆਂ ਦੀ ਸਪੋਰਟ ਵਾਵਾ ਕਰ ਰਹੇ ਨੇ। ਉਹ ਤਾਂ ਫਿਰ ਉਹਨਾਂ ਦੀ ਗਲਤੀ ਆ ਜੀ, ਉਹ ਤਾਂ ਵੀ ਉਹਨਾਂ ਨੂੰ ਚੱਜ ਚੰਗੀ ਤਰ੍ਹਾਂ ਸਿਖਾਉਣ, ਛੋਟੇ ਹੁੰਦੇ ਤੋਂ ਚੰਗੀ ਤਰ੍ਹਾਂ ਵੱਡੇ ਕਰਨ, ਫਿਰ ਨਹੀਂ ਕਰਨਗੀਆਂ। ਤੇ ਆਪਾਂ ਜਿਵੇਂ ਦੇਖਦੇ ਹਾਂ ਸਾਰੀਆਂ ਰਿਸਟ੍ਰਿਕਸ਼ਨਸ ਕੁੜੀਆਂ ਤੇ ਹੀ ਲੱਗਦੀਆਂ ਨੇ, ਪਰ ਮੁੰਡਿਆਂ ਵਾਲਿਆਂ ਦਾ ਤੁਹਾਨੂੰ ਇਹ 'ਚ ਕੋਈ ਕਸੂਰ ਨਹੀਂ ਲੱਗਦਾ ਵੀ ਬਸ 25 ਲੱਖ ਕੁੜੀ ਤੇ ਲਾਏ ਵੀ ਮੁੰਡਾ ਵੀ ਨਾਲ ਕੱਢਤਾ ਆਇਲਸ ਕੁੜੀ ਲਈ? ਮੁੰਡੇ ਨੂੰ ਕਿਉਂ ਨਹੀਂ ਐਜੂਕੇਟ ਕਰਦੇ? ਨਹੀਂ, ਇਹ ਸਾਡੀ ਫੈਮਿਲੀ 'ਚ ਵੀ ਐਵੇਂ ਆ, ਬਟ ਸਾਡੀ ਫੈਮਿਲੀ 'ਚ ਕਦੇ ਉਹ ਨਹੀਂ ਹੋਇਆ। ਸਾਡੀ ਫੈਮਿਲੀ, ਸਾਡੇ ਮਤਲਬ ਜੀ ਬ੍ਰਦਰ ਹੁਣਾਂ ਦੇ ਵਿਆਹ ਹੋਇਆ, ਬਾਹਰ ਗਏ, ਉਹ ਸਹੀ ਰਹਿਣ ਡਏ ਆ ਉੱਥੇ, ਉਹਨਾਂ ਦੀ ਫੈਮਿਲੀ ਆ ਵਧੀਆ, ਉਹਨਾਂ ਦੀ ਪਰਵਰਿਸ਼ ਵਧੀਆ ਹੋਈ ਆ। ਨਹੀਂ, ਪਰ ਜਿਵੇਂ ਆਪਾਂ ਕਹਿ ਦਿੰਦੇ ਆ ਨਾ ਵੀ ਕੁੜੀਆਂ ਇੱਥੇ ਆ ਕੇ ਧੋਖਾ ਦੇ ਰਹੀਆਂ ਨੇ ਐਂਡ ਆਲ ਦੈਟ, ਇਹ ਜੀ ਨੌਬਤ ਹੀ ਨਾ ਆਵੇ ਜੇ ਮੁੰਡੇ ਖੁਦ ਹੀ ਪੜ੍ਹ ਲਿਖ ਲੈਣ ਤਾਂ। ਮੁੰਡੇ ਪੜ੍ਹ ਲਿਖ ਲੈਣ ਆਪਣੇ, ਇਹ ਵੀ ਗੱਲ ਹੈਗੀ ਆ ਵੀ ਇੰਡੀਆ ਪੜ੍ਹ ਲਿਖਦੇ ਨਹੀਂ ਗੇ, ਲਾਈ ਲੱਗ ਹੈਗੇ ਇੱਕ ਦੂਜੇ ਪਿੱਛੇ ਲੱਗ ਕੇ ਵੀ ਟੌਰ ਸ਼ੋਰ ਮਾਰਨੀ ਆ, ਤਾਂ ਉਹ ਗੱਲ ਵੱਖਰੀ ਆ। ਵੀ ਉਹੀ ਮੈਂ ਕਹਿਣ ਡਿਆ ਵੀ ਛੋਟੇ ਹੁੰਦੇ ਤੋਂ ਜੇ ਵਧੀਆ ਪੜ੍ਹਾਇਆ ਹੁੰਦਾ ਮੁੰਡੇ ਨੂੰ ਕੁੜੀਆਂ ਨੂੰ ਤਾਂ ਇੱਥੇ ਆ ਕੇ ਨਹੀਂ ਹੁੰਦਾ ਇਹੋ ਜਿਹਾ। ਹੁਣ ਅਸੀਂ ਪੜ੍ਹੇ ਲਿਖੇ ਆ, ਮੈਂ ਹੁਣ ਜਿੱਦਾਂ ਕੰਮ ਤੇ ਹੀ ਚੱਲਿਆ ਐਕਚੁਅਲੀ। ਤੇ ਜਿਵੇਂ ਤੁਹਾਨੂੰ ਲੱਗਦਾ ਨਹੀਂ ਮੈਟਰੀਮੋਨੀਅਲ ਵੀ ਅੱਜ ਕੱਲ੍ਹ ਆਹੀ ਆਉਂਦੇ ਆ ਵੀ ਆਇਲਸ ਕਲੀਅਰ ਲੜਕੀ ਲਈ ਲੜਕੇ ਦੀ ਲੋੜ ਹੈ, ਲੜਕੀ ਚਾਹੀਦੀ ਹੈ ਜਿਹਦੇ ਇੰਨੇ ਬੈਂਡ ਹੋਣ? ਇਹ ਤਾਂ ਹੈਗਾ ਵੀ ਆਪਣੇ ਚੋ ਪੰਜਾਬੀਆਂ ਦੀ ਸੋਚ ਹੀ ਇਹੋ ਜਿਹੀ, ਜਿੱਥੇ ਪੈਸਾ ਦਿਖਦਾ ਉਧਰ ਨੂੰ ਆਪਣਾ ਬਿਜ਼ਨਸ ਕੱਢ ਲਈਏ। ਹੁਣ ਮੈਟਰੀਮੋਨੀਅਲ ਵਾਲਿਆਂ ਨੇ ਵੀ ਬਿਜ਼ਨਸ ਕੱਢਿਆ ਵੀ ਚਲੋ ਕੁੜੀਆਂ ਦੀ ਡਿਮਾਂਡ ਆਇਲਸ ਵਾਲਿਆਂ ਦੀ, ਤੇ ਉਹਨਾਂ ਨੇ ਖੋਲ੍ਹ ਲਏ। ਬਾਕੀ ਵੀ ਮੁਲਕ ਹੈਗੇ ਆ, ਆਸਟ੍ਰੇਲੀਆ 'ਚ ਵੀ ਜਾਂਦੇ ਨੇ, US ਵੀ ਜਾਂਦੇ ਨੇ, ਕੈਨੇਡਾ 'ਚ ਹੀ ਇਹਨਾਂ ਰੌਲਾ ਕਿਉਂ ਪੈ ਰਿਹਾ? ਕੈਨੇਡਾ ਜ਼ਿਆਦਾ ਆਉਂਦੇ ਸਟੂਡੈਂਟ, ਉੱਥੇ ਆਸਟ੍ਰੇਲੀਆ 'ਚ ਵੀ ਪਿਆ ਰੌਲਾ ਇੱਕ। ਮੈਂ ਵੀ ਆਸਟ੍ਰੇਲੀਆ ਦਾ ਵੀ ਪੜ੍ਹਿਆ ਸੀਗਾ। ਆਸਟ੍ਰੇਲੀਆ, ਕੈਨੇਡਾ ਜ਼ਿਆਦਾ ਆਉਂਦੇ, ਮੈਨੂੰ ਤਾਂ ਇੰਨਾ ਪਤਾ ਵੀ ਕੈਨੇਡਾ ਸਟੂਡੈਂਟ ਜ਼ਿਆਦਾ ਆਉਂਦੇ ਆ। ਤੇ ਉਹਨਾਂ ਮਾਪਿਆਂ ਨੂੰ ਕੀ ਕਹਿਣਾ ਚਾਹੋਗੇ, ਉਹਨਾਂ ਕੁੜੀਆਂ ਨੂੰ ਕੀ ਕਹਿਣਾ ਚਾਹੋਗੇ ਜਿਨ੍ਹਾਂ ਦੀ ਆਲਰੇਡੀ ਮੈਰਿਜ ਹੋ ਚੁੱਕੀ ਆ ਤੇ ਹਜੇ ਵੇਟ ਕਰ ਰਿਹਾ, ਕਿਉਂਕਿ ਮੁੰਡਿਆਂ ਦੇ ਮਨਾਂ 'ਚ ਹੁਣ ਡਰ ਪੈਦਾ ਹੋ ਗਿਆ ਕਿ ਵਿਆਹ ਕਰਵਾਈਏ ਜਾਂ ਨਾ? ਡਰ ਤਾਂ ਸਾਡੇ ਮਨ 'ਚ ਵੀ ਆ,
ਅਸੀਂ ਹਲੇ ਤਾਂ ਨਹੀਂ ਕਰਾਉਣਾ। ਅੱਛਾ ਤੁਸੀਂ ਸਿੰਗਲ ਹੋ? ਹਾਂ ਅਸੀਂ ਸਿੰਗਲ ਹੀ ਹਾਂ। ਮਤਲਬ ਤੁਸੀਂ ਇੰਡੀਆ ਜਾ ਕੇ ਵਿਆਹ ਕਰਵਾਓਗੇ ਜਾਂ ਇੱਥੋਂ ਦੀ ਕੁੜੀ ਨਾਲ ਹੀ? ਹਲੇ ਮੈਂ ਪੜ੍ਹਾਈ ਵੱਲ ਵੇਖਣਾ, ਮੈਂ PR ਤੋਂ ਬਾਅਦ ਸਟੱਡੀ ਕਰਾਂਗੇ। ਪਹਿਲਾਂ ਆਪਣਾ ਥੋੜਾ ਕਰੀਅਰ ਬਣਾਉਣਾ ਇੱਥੇ, ਫਿਰ ਮਤਲਬ ਸੋਚ ਸਮਝ ਕੇ ਥੋੜਾ ਵਿਆਹ ਦਾ ਸਟੈਪ ਲਵਾਂਗੇ। ਹਾਂਜੀ ਹਾਂਜੀ, ਆਪਣਾ ਥੋੜਾ ਕਰੀਅਰ ਬਣਾ ਕੇ ਸਟੈਪ ਤਾਂ ਲੈਣੇ ਆ। ਡਰ ਤਾਂ ਚਲੋ ਰਹਿੰਦਾ ਹੀ ਆ ਮਨ 'ਚ, ਮੁੰਡਿਆਂ ਦੇ ਕੁੜੀਆਂ ਦੇ ਮਨ 'ਚ ਵੀ ਡਰ ਹੈਗਾ ਵੀ ਮੁੰਡੇ ਆ ਕੇ ਇੱਥੇ ਧੋਖਾ ਨਾ ਦੇ ਦੇਣ। ਸੋ ਗੱਲ ਇਹ ਆ ਵੀ ਘਰਦਿਆਂ ਨੂੰ ਦੇਖਣਾ ਚਾਹੀਦਾ ਵੀ ਉਹਨਾਂ ਵਾਸਤੇ ਕੀ ਵਧੀਆ ਵਾ। ਪਰ ਹੁਣ ਆਪਣਾ ਜਿਵੇਂ ਅੱਗੇ ਬੜੀਆਂ ਮਿਸਾਲਾਂ ਦਿੰਦੇ ਹੁੰਦੇ ਸੀ, ਪੰਜਾਬੀ ਕਲਚਰ ਇੱਦਾਂ, ਪੰਜਾਬੀ ਕਲਚਰ ਉੱਦਾਂ, ਕਿੱਧਰ ਨੂੰ ਜਾ ਰਿਹਾ ਸਾਡਾ ਸਮਾਜ? ਪੰਜਾਬੀ ਕਲਚਰ, ਮਾਡਰਨ ਪੰਜਾਬੀ ਕਲਚਰ ਤਾਂ ਬੇੜਾ ਹੀ ਗਰਕ ਹੋ ਗਿਆ ਜੀ। ਪੰਜਾਬੀ ਕਲਚਰ ਤਾਂ ਰਿਹਾ ਹੀ ਨਹੀਂ ਆਪਣਾ। ਕੈਨੇਡਾ ਦੇ ਮੋਹ ਨੇ ਸਭ ਕੁਝ ਗਵਾ ਦਿੱਤਾ, ਮਾਪਿਆਂ ਤੋਂ ਦੂਰ ਹੋ ਗਏ ਆ ਤੇ ਹੁਣ ਆਪਣੇ ਸੱਭਿਆਚਾਰ ਤੋਂ ਵੀ ਦੂਰ ਹੋ ਗਿਆ, ਜੋ ਕਦਰਾਂ ਕੀਮਤਾਂ ਸੀ ਉਹਨਾਂ ਤੋਂ ਵੀ ਦੂਰ ਹੋ ਗਏ। ਕੈਨੇਡਾ ਦੇ ਮੋਹ ਨੇ ਨਹੀਂ ਜੀ, ਉੱਥੇ ਦੀ ਸਰਕਾਰ ਦੇ ਡਰ ਨੇ ਭਜਾਇਆ ਸਾਨੂੰ ਤਾਂ। ਸਰਕਾਰੀ ਡਰ ਦੀ ਤਾਂ ਅਸੀਂ ਗੱਲ ਕੀਤੀ ਹੈ। ਇੱਕ ਲਾਸਟ ਕੁਐਸਚਨ ਮੈਂ ਤੁਹਾਨੂੰ ਪੁੱਛਣਾ ਚਾਹੂੰਗੀ, ਜਿਵੇਂ ਐਵੇਂ ਦੇ ਵਿਆਹ ਵੀ ਹੋ ਰਿਹਾ, ਬਹੁਤ ਕੁਝ ਐਵੇਂ ਦੀਆਂ ਅਸੀਂ ਦੇਖ ਰਹੇ ਹਾਂ ਵੀ ਕਿਸੇ ਵੀ ਸੁਣਨ ਨੂੰ ਮਿਲ ਰਹੇ ਨੇ। ਆਉਣ ਵਾਲੇ ਸਮੇਂ ਵਿੱਚ ਜਨਰੇਸ਼ਨ ਜਿਹੜੀਆਂ ਕਹਿ ਰਹੀਆਂ ਨੇ ਕੱਲ ਨੂੰ ਵਿਆਹਾਂ ਤੋਂ ਤਾਂ ਭਰੋਸਾ ਉੱਠ ਜਾਊਗਾ। ਜਿਹੜੇ ਇੱਧਰਲੇ ਬੌਰਨ ਐਂਡ ਬ੍ਰੌਟ ਅਪ ਨੇ ਉਹਨਾਂ ਦੇ ਉੱਤੇ ਹਮੇਸ਼ਾ ਉਂਗਲ ਚੁੱਕੀ ਜਾਂਦੀ ਸੀ ਵੀ ਆਪਦੇ ਨੈਤਿਕਤਾ ਤੋਂ ਦੂਰ ਨੇ ਐਂਡ ਆਲ ਦੈਟ। ਹੁਣ ਆਪਣਾ ਜਿਹੜਾ ਉੱਥੇ ਨੌਜਵਾਨ ਪੀੜ੍ਹੀ ਆ ਉਹਨਾਂ ਨੂੰ ਕੀ ਕਹਿਣਾ ਚਾਹੋਗੇ? ਮੁੰਡੇ ਕੁੜੀਆਂ ਹਜੇ ਵੀ ਤੁਹਾਨੂੰ ਦੇਖ ਰਹੇ ਨੇ ਜਿਹੜੇ ਇੱਥੇ ਆਉਣਾ ਚਾਹੁੰਦੇ ਨੇ, ਮਿਹਨਤ ਆ, ਸਭ ਕੁਝ ਹੈਗੀ ਆ, ਪਰ ਕੀ ਇੱਕ ਸਹੀ ਗਾਈਡ ਕਰਨਾ ਚਾਹੋਗੇ? ਕਦ ਦਾ ਕੀ ਕਹਿਣਾ ਚਾਹੋਗੇ? ਇੰਨੀ ਗੱਲ ਕਹਾਂ, ਪੜ੍ਹੋ ਵੀ, ਪੜ੍ਹ ਲਿਖ ਕੇ ਥੋੜਾ ਕੁਝ ਬਣੂਗਾ। ਇੱਥੇ ਆ ਕੇ ਚਲੋ ਇੰਨਾ ਵਾ ਵੀ ਟਰੱਕ ਹੀ ਚਲਾਉਣਾ, ਬਟ ਪੜ੍ਹੋ ਥੋੜਾ, ਤੁਹਾਡੇ ਦਿਮਾਗ 'ਚ ਵੀ ਚੀਜ਼ਾਂ ਪੈਣਗੀਆਂ, ਆਪਣੇ ਬਲ ਤੇ ਆਓ ਇੱਥੇ। ਆਹੀ ਕਿਉਂ ਸੋਚਿਆ ਜਾਂਦਾ ਵੀ ਇੱਥੇ ਆ ਕੇ ਟਰੱਕ ਹੀ ਚਲਾਉਣਾ ਹੈ? ਇੱਥੇ ਹੋਰ ਵੀ ਜੌਬਸ ਹੈਗੀਆਂ ਨੇ। ਕਿਉਂਕਿ ਮੇਰੇ ਨਾਲ ਦੇ ਬੜੇ ਟਰੱਕ ਤੇ ਚੜ ਕੇ ਨਾ ਪੜਨ ਤੋਂ ਬਾਅਦ, ਚਲੋ ਮੇਰਾ ਤਾਂ ਇਹ ਥਿੰਕਿੰਗ ਆ ਮੈਂ ਪੜ੍ਹਾਈ ਕਰਨੀ ਬਾਅਦ 'ਚ, ਬਟ ਮੋਸਟਲੀ ਜ਼ਿਆਦਾਤਰ ਆਪਣੇ ਸਟੂਡੈਂਟ ਦਾ ਇਹੀ ਹੁੰਦਾ ਵੀ ਟਰੱਕ ਹੀ ਚਲਾਉਣਾ ਆ ਕੇ। ਸੋ ਦੋਸਤੋ, ਤੁਸੀਂ ਮੁੰਡਿਆਂ ਦਾ ਪੱਖ ਵੀ ਜਾਣਿਆ, ਤੁਸੀਂ ਕੁੜੀਆਂ ਦਾ ਪੱਖ ਵੀ ਜਾਣਿਆ। ਜੇ ਇੱਥੇ ਅਸੀਂ ਇਹ ਡਿਬੇਟ ਕਰਨ ਲੱਗ ਗਏ ਕਿ ਕੌਣ ਸਹੀ ਹੈ ਕੌਣ ਗਲਤ, ਤਾਂ ਇਹ ਡਿਬੇਟ ਦਾ ਕੋਈ ਅੰਤ ਨਹੀਂ ਹੈਗਾ। ਇੱਕ ਦੂਜੇ ਉੱਤੇ ਦੂਸ਼ਣਬਾਜ਼ੀਆਂ ਦਾ ਦੌਰ ਜਾਰੀ ਰਹੂਗਾ, ਕਿਤੇ ਮਾਪਿਆਂ ਨੂੰ ਭੰਡਿਆ ਜਾਊਗਾ, ਬਦਨਾਮੀਆਂ ਵੀ ਹੋਣਗੀਆਂ, ਸਭ ਕੁਝ ਹੋਏਗਾ। ਗੱਲ ਇਹ ਆ ਕਿ ਇਸ ਚੀਜ਼ ਦਾ ਹੁਣ ਸੋਲਿਊਸ਼ਨ ਕੀ ਹੋਵੇ, ਕੀ ਕੀਤਾ ਜਾਵੇ? ਸਰਕਾਰਾਂ ਕੀ ਕਰਨ, ਮਾਪੇ ਕੀ ਕਰਨ, ਤੇ ਮੁੰਡੇ ਕੁੜੀਆਂ ਉਹ ਕੀ, ਉਹਨਾਂ ਦੀ ਸੋਚ ਕਿਸ ਤਰੀਕੇ ਦੀ ਹੋਣੀ ਚਾਹੀਦੀ ਆ? ਸੋ ਸਾਨੂੰ ਕਮੈਂਟ ਵਿੱਚ ਦੱਸਿਓ ਕਿ ਜਿਹੜੇ ਇਹ ਮਾਮਲੇ ਵੱਧ ਰਹੇ ਨੇ ਇਹਨਾਂ ਤੇ ਕਿਵੇਂ ਠੱਲ ਪਾਈ ਜਾ ਸਕਦੀ ਹੈ, ਜਾਂ ਜੋ ਇਹ ਸਭ ਕੁਝ ਹੋ ਰਿਹਾ ਇਸ ਤੋਂ ਬਾਅਦ ਹੁਣ ਇਸ ਦਾ ਕੀ ਸੋਲਿਊਸ਼ਨ ਨਿਕਲ ਸਕਦਾ ਆ। ਇਹ ਪ੍ਰੋਗਰਾਮ ਤੁਹਾਨੂੰ ਕਿਸ ਤਰੀਕੇ ਦਾ ਲੱਗਿਆ ਇਹ ਵੀ ਸਾਨੂੰ ਜ਼ਰੂਰ ਦੱਸਿਓ ਕਮੈਂਟ ਕਰਕੇ, ਤੇ ਨਾਲ ਦੀ ਨਾਲ ਤੁਸੀਂ ਇਸ ਤੋਂ ਬਾਅਦ ਕੀ ਦੇਖਣਾ ਚਾਹੁੰਦੇ ਹੋ, ਕਿਹੜੇ ਟੌਪਿਕਸ ਦੇ ਉੱਤੇ ਡਿਸਕਸ਼ਨ ਚਾਹੁੰਦੇ ਹੋ, ਤੇ ਕੈਨੇਡਾ, ਲਾਈਫ ਇਨ ਕੈਨੇਡਾ ਵਿੱਚ ਤੁਸੀਂ ਹੋਰ ਕੀ ਦੇਖਣਾ ਚਾਹੁੰਦੇ ਹੋ, ਸਾਨੂੰ ਉਹ ਵੀ ਜ਼ਰੂਰ ਦੱਸਿਓ। ਅਸੀਂ ਕੋਸ਼ਿਸ਼ ਕਰਾਂਗੇ ਕਿ ਆਪਣੇ ਨੈਕਸਟ ਐਪੀਸੋਡਸ ਦੇ ਵਿੱਚ ਉਹਨਾਂ ਉੱਤੇ ਵੀ ਵਿਚਾਰ ਕਰੀਏ ਤੇ ਉਹ ਐਪੀਸੋਡਸ ਤੁਹਾਡੇ ਰੂਬਰੂ ਕਰੀਏ। ਫਿਲਹਾਲ ਕੈਮਰਾਮੈਨ ਮਨਦੀਪ ਪੂਨੀਆ ਤੇ ਇੰਦਰ ਦੇ ਨਾਲ ਮੈਨੂੰ ਤਰਨਜੀਤ ਕੌਰ ਘੁੰਮਣ ਨੂੰ ਦਿਓ ਇਜਾਜ਼ਤ। ਤੁਸੀਂ ਦੇਖਦੇ ਰਹੋ ਹਮਦਰਦ TV। ਸਤਿ ਸ਼੍ਰੀ ਅਕਾਲ।